ਸਾਈਲੇਜ ਬਣਾਉਣ ਦਾ ਸਾਈਲੇਜ ਮੇਰੇ ਖਿਆਲ ਤੁਸੀਂ ਤਕਰੀਬਨ ਸਾਰੇ ਹੀ ਬਣਾਉਂਦੇ ਹੋ, ਕਿਉਂਕਿ ਪਹਿਲਾਂ ਨਹੀਂ ਸੀ ਬਣਾਉਂਦੇ, ਅਸੀਂ ਸਾਈਲੇ ਦੇ ਫਾਇਦੇ ਦੱਸ ਦਿੰਦੇ ਸੀ। ਹੁਣ ਫਾਇਦੇ ਤਾਂ ਮੇਰੇ ਖਿਆਲ ਸਾਰਿਆਂ ਨੂੰ ਪਤਾ ਵਾ। ਸਾਰਾ ਸਾਲ ਇੱਕੋ ਜਿਹੇ ਕੁਆਲਿਟੀ ਦਾ ਅਸੀਂ ਜੇ ਚਾਰਾ ਮੁਹੱਈਆ ਕਰਾਉਣਾ ਤਾਂ ਉਹ ਸਾਈਲੇਜ ਹੀ ਆ। ਜੇ ਅਸੀਂ ਬੀਜ ਕੇ ਹਰਾ ਪਾਵਾਂਗੇ ਉਹ ਕਦੇ ਪੱਕ ਜਾਂਦਾ, ਕਦੇ ਕੱਚਾ ਹੁੰਦਾ, ਕਦੇ ਕੁਆਲਿਟੀ ਉਹਦੀ ਕੋਈ ਹੁੰਦੀ ਆ, ਕਦੇ ਕੋਈ ਹੁੰਦੀ ਆ, ਮਤਲਬ ਉਹ ਯੂਨੀਫਾਰਮ ਕੁਆਲਿਟੀ ਨਹੀਂ ਰਹਿੰਦੀ, ਤੇ ਉਹਦੇ ਨਾਲ ਜਿਹੜਾ ਵੰਡ ਬਣਾਉਣਾ ਉਹ ਅਲੱਗ-ਅਲੱਗ ਮੈਚ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਡੇਲੀ ਬੇਸਿਸ ਤੇ। ਇਸ ਕਰਕੇ ਸਾਈਲੇਜ ਆ ਜਿਹੜਾ ਉਹ ਇੱਕ ਕਮਰਸ਼ੀਅਲ ਡੇਅਰੀ ਫਾਰਮ ਲਈ ਬਹੁਤ ਜ਼ਰੂਰੀ ਹੈ। ਦੂਸਰਾ ਅਸੀਂ ਸਾਈਲੇਜ ਨੂੰ ਮੈਕਨਾਈਜ਼ ਕਰ ਸਕਦੇ ਹਾਂ, ਇਕੱਠੇ ਹੀ ਵਢਾ ਕੇ ਮਸ਼ੀਨਾਂ ਨਾਲ, ਅੱਜ ਕੱਲ੍ਹ ਜਿਸ ਤਰ੍ਹਾਂ ਚੱਲ ਰਿਹਾ ਇੱਕੋ ਵਾਰ ਵੱਢ ਕੇ ਲੇਬਰ ਦੀ ਜਿਹੜੀ ਕਾਸਟ ਆ ਉਹ ਬਹੁਤ ਬਚ ਜਾਂਦੀ ਆ। ਤੇ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਦੱਸਣ ਵਾਲੀ ਗੱਲ ਇਹ ਹੈ ਕਿ ਇਹਦੇ ਵਿੱਚ ਜ਼ਹਿਰੀਲੇ ਤੱਤ ਜਿਹੜੇ ਹੁੰਦੇ ਆ ਉਹ ਸਾਈਲੇਜ ਨਸ਼ਟ ਹੋ ਜਾਂਦੇ ਆ। HCl ਚਰੀ ਦਾ ਨਸ਼ਟ ਹੁੰਦਾ, ਨਾਈਟ੍ਰੇਟ ਬਹੁਤ ਘੱਟ ਜਾਂਦਾ, ਆਕਜ਼ਾਲੇਟ ਘੱਟ ਜਾਂਦਾ, ਮਤਲਬ ਉਹ ਨਸ਼ਟ ਹੋ ਜਾਂਦੇ ਆ ਸਾਰੇ। ਵਧੀਆ ਕੁਆਲਿਟੀ ਦਾ ਸਾਈਲੇਜ ਬਣਿਆ ਹੋਇਆ। ਦੇਖੋ ਸਾਈਲੇਜ ਦੀ ਵਿਉਂਤਬੰਦੀ, ਪਹਿਲਾਂ ਤਾਂ ਉਹਦਾ ਸਾਈਜ਼ ਆ ਜਿਹੜਾ ਕੱਟਣ ਦਾ, ਜੇ ਤਾਂ ਮਸ਼ੀਨ ਨਾਲ ਕੱਟਣਾ ਤਾਂ ਉਹ ਤਾਂ ਯੂਨੀਫਾਰਮ ਰਹਿੰਦਾ, ਜੇ ਟੋਕੇ ਵਾਲੀ ਮਸ਼ੀਨ ਆ ਤਾਂ ਉੱਥੇ ਥੋੜਾ ਧਿਆਨ ਰੱਖਣਾ ਪੈਂਦਾ ਕਿ ਸਾਈਲੇਜ ਦਾ ਜਿਹੜਾ ਸਾਈਜ਼ ਉਹ 3 ਸੈਂਟੀਮੀਟਰ ਤੋਂ ਜ਼ਿਆਦਾ ਨਾ ਹੋਵੇ, 1 ਤੋਂ 3 ਦੇ ਵਿੱਚ ਹੀ ਰਹੇ। ਜੇ ਵੱਡਾ ਹੋਊਗਾ ਉਹਦੀ ਪੈਕਿੰਗ ਜਿਹੜੀ ਹੈਗੀ ਉਹ ਮੁਸ਼ਕਲ ਹੋ ਜਾਂਦੀ ਹੈ, ਉਹਦੇ ਵਿੱਚ ਹਵਾ ਰਹਿ ਜਾਂਦੀ ਹੈ ਤੇ ਪਸ਼ੂ ਖਾਣਗੇ ਘੱਟ। ਤੇ ਉਸ ਤੋਂ ਬਾਅਦ ਟੋਏ ਨੂੰ, ਸਾਈਲੇ ਦਾ ਟੋਆ ਕਿਸ ਤਰ੍ਹਾਂ ਬਣਾਉਣਾ, ਜ਼ਮੀਨ ਤੋਂ ਉੱਪਰ ਬਣਾਉਣਾ ਤਾਂ ਕਿ ਉਹਦੇ ਵਿੱਚ ਪਾਣੀ ਨਾ ਜਾਵੇ। ਟੋਆ ਸ਼ਬਦ ਆਪਾਂ ਵਰਤਦੇ ਹਾਂ, ਟੋਏ ਦਾ ਮਤਲਬ ਇਹ ਨਹੀਂ ਤੁਸੀਂ ਥੱਲੇ ਪੱਟ ਲੈਣਾ, ਉਹਨੂੰ ਬੰਕਰ ਕਹਿੰਦੇ ਆ ਇੰਗਲਿਸ਼ 'ਚ, ਲੇਕਿਨ ਹੁਣ ਪੰਜਾਬੀ 'ਚ ਆਪਾਂ ਟੋਏ ਹੀ ਕਹਿੰਦੇ ਆ। ਉਹ ਜ਼ਮੀਨ ਤੋਂ ਉੱਪਰ ਹੋਵੇ, ਚਾਹੇ ਪੱਕਾ ਬਣਾਓ ਚਾਹੇ ਤੁਸੀਂ ਉਹਦੇ ਮਿੱਟੀ ਸਿੱਟ ਕੇ ਬਣਾਓ, ਲੇਕਿਨ ਉਹਦੇ ਵਿੱਚ ਜਿਹੜਾ ਪਾਣੀ ਆ ਬਾਰਿਸ਼ ਦਾ ਉਹ ਬਾਹਰੋਂ ਅੰਦਰ ਨਾ ਜਾਵੇ, ਇਹ ਖਾਸ ਧਿਆਨ ਰੱਖਣਾ। ਦੂਸਰਾ ਸਾਈਲੇਜ ਦੇ ਜਿਹੜੇ ਦੀਵਾਰਾਂ ਦੀ ਬਣਤਰ ਆ ਉਹ ਕਿਉਂਕਿ ਬਾੜਿਆਂ ਨੇ ਸਿੱਧੀਆਂ ਬਣਾਈਆਂ ਹੋਈਆਂ ਨੇ, ਸਿੱਧੀਆਂ ਦੀਵਾਰਾਂ ਨੇ ਜਿਹੜੀਆਂ ਸਾਈਲੇਜ ਨੂੰ ਪੈਕ ਹੋਣ ਦੇ ਵਿੱਚ ਰੁਕਾਵਟ ਆਉਂਦੀਆਂ ਨੇ। ਉਹ ਹਮੇਸ਼ਾ 15-20 ਡਿਗਰੀ ਦਾ ਐਂਗਲ ਚਾਹੀਦਾ ਸਾਈਡ ਤੋਂ, ਤਾਂ ਕਿ ਉੱਤੋਂ ਭਾਰ ਪਵੇ ਥੱਲੇ ਤੱਕ ਬਿਲਕੁਲ ਉਹ ਪ੍ਰੈਸਿੰਗ ਸਹੀ ਹੋਵੇ। ਜੇ ਬਿਲਕੁਲ ਸਿੱਧੀਆਂ ਦੀਵਾਰਾਂ ਨੇ ਉਹ ਸਾਈਡ ਤੋਂ ਪ੍ਰੈਸਿੰਗ ਕਮੀ ਰਹੇਗੀ। ਜਿਹੜੀ ਰეკਮੈਂਡੇਸ਼ਨ ਉਹ 20 ਡਿਗਰੀ ਇਸ ਤਰ੍ਹਾਂ ਸਲਾਂਟਿੰਗ ਹੋਵੇ। ਉਸ ਤੋਂ ਬਾਅਦ ਜਿੰਨੀ ਛੇਤੀ ਹੋ ਸਕਦਾ ਉਹ ਟੋਏ ਨੂੰ ਭਰਨਾ, ਜਿੰਨਾ ਲੰਬਾ ਸਮਾਂ ਲੱਗੂ ਉਨਾ ਉਹਦੇ ਵਿੱਚ ਜਿਹੜੀ ਲੌਸਸ ਨੇ ਉਹ ਜ਼ਿਆਦਾ ਹੋਣਗੇ, ਉਹਦੀ ਕੁਆਲਿਟੀ ਖਰਾਬ ਹੋਊਗੀ। ਕੋਸ਼ਿਸ਼ ਕਰੋ 3-4 ਦਿਨ ਦੇ ਵਿੱਚ ਫਿਲ ਅਪ ਹੋ ਜਾਵੇ। ਜਿੰਨਾ ਲੰਬਾ ਕਰੋਗੇ ਉਨਾ ਹੀ ਜ਼ਿਆਦਾ ਉਹ ਲੌਸਸ ਨੇ ਜਿਹੜੇ ਉਹ ਜ਼ਿਆਦਾ ਹੋਣਗੇ। ਤੇ ਪਸ਼ੂਆਂ ਨੂੰ ਖਿਲਾਉਣਾ ਇਹ ਵੀ ਜ਼ਰੂਰੀ ਹੈ, ਕਿਉਂਕਿ ਇੱਕ ਵਾਰ ਜਦੋਂ ਸ਼ੁਰੂ ਕਰਤਾ ਲਗਾਤਾਰ ਖਿਲਾਉਣਾ, ਉਹਨੂੰ ਕਿਵੇਂ ਮੈਨੇਜ ਕਰਨਾ, ਉਹ ਇੱਕ ਮਤਲਬ ਪ੍ਰੋਪਰ ਤਰੀਕੇ ਨਾਲ ਉਹਦਾ ਫੇਸ ਆ ਜਿਹੜਾ ਉਹ ਸਿੱਧਾ ਵੱਢਣਾ ਥੱਲੇ ਤੱਕ, ਉਹ ਸਾਰਾ ਚੀਜ਼ ਇਹਦੇ ਵਿੱਚ ਆਉਂਦੀ ਹੈ। ਸਾਈਲੇਜ ਜਦੋਂ ਬਣਦਾ ਉਹਨੂੰ ਆਪਾਂ ਜਦੋਂ ਬੰਦ ਕਰਤਾ ਟੋਆ, ਉਹਦੇ ਵਿੱਚ ਕੁਝ ਕੈਮੀਕਲ ਚੇਂਜਸ ਆਉਂਦੀਆਂ ਨੇ। ਉਹਨੂੰ 3 ਹਿੱਸਿਆਂ 'ਚ ਵੰਡਿਆ ਜਾਂਦਾ। ਪਹਿਲਾਂ ਤਾਂ ਹਵਾ ਹੁੰਦੀ ਆ, ਪ੍ਰੈਸ ਕਰਨ ਤੋਂ ਬਾਅਦ ਵੀ ਥੋੜਾ ਚਿਰ ਉਹ ਤਕਰੀਬਨ 3-4 ਦਿਨ ਰਹਿੰਦੀ ਆ। ਉਸ ਤੋਂ ਬਾਅਦ ਫਿਰ ਹਵਾ ਖਤਮ ਹੋ ਜਾਂਦੀ ਹੈ, ਲੈਕਟਿਕ ਐਸਿਡ ਬਣ ਜਾਂਦਾ। ਲੈਕਟਿਕ ਐਸਿਡ ਜਦੋਂ pH ਥੱਲੇ ਆ ਜਾਂਦੀ ਆ, ਉਸ ਤੋਂ ਬਾਅਦ ਫਿਰ ਉਹ pH ਸਟੇਬਲ ਹੋ ਜਾਂਦੀ ਆ, ਉਨੀ ਹੋ ਰਹਿੰਦੀ ਆ ਐਕਸਟੈਂਡਡ ਪੀਰੀਅਡ ਆਫ ਟਾਈਮ, ਉਹਨੂੰ ਸਟੇਬਲ ਫੇਸ ਕਹਿੰਦੇ ਆ। ਇਹ ਅਲੱਗ-ਅਲੱਗ ਫੇਸ ਨੇ। ਤੇ ਇਸ ਤਰ੍ਹਾਂ ਆਕਸੀਜਨ ਆ ਜਿਹੜੀ ਆ ਥੱਲੇ ਆ ਰਹੀ ਆ, ਜੇ ਇਹ ਥੱਲੇ ਆਉਣ ਦੀ ਥੋੜੀ ਲਾਈਨ ਜ਼ਿਆਦਾ ਸਿੱਧੀ ਹੋ ਜਾਵੇ ਤਾਂ ਸਾਈਲੇਜ ਖਰਾਬ ਹੋ ਜਾਂਦਾ। ਜਿੰਨੀ ਛੇਤੀ ਹਵਾ ਖਤਮ ਹੋ ਰਹੀ ਹੈ ਉਹਦੇ ਵਿੱਚੋਂ, ਇਹ ਹਵਾ ਖਤਮ ਕਰਨ ਲਈ ਅਸੀਂ ਇੱਕ ਤਾਂ ਪ੍ਰੈਸਿੰਗ, ਦੂਸਰਾ ਉਹਦੇ ਵਿੱਚ ਕਈ ਵਾਰ ਅਸੀਂ ਇਨਾਕੂਲੈਂਟ ਪਾਉਂਦੇ ਆ, ਲੈਕਟੋਬੈਸਿਲਸ ਜਾਂ ਹੋਰ, ਤਾਂ ਕਿ ਉਹ ਛੇਤੀ ਤੇਜ਼ਾਬੀ ਪਾਣਾ ਜਿਹੜਾ ਉਹ ਛੇਤੀ ਵੱਧ ਜਾਵੇ ਤੇ ਜਿਹੜਾ ਉਹ ਆਕਸੀਜਨ ਵਾਲੇ ਬੈਕਟੀਰੀਆ ਉਹ ਛੇਤੀ ਮਰ ਜਾਣ। ਤੇ ਇਹ ਚੀਜ਼ਾਂ ਹੁੰਦੀਆਂ ਨੇ। ਤੇ ਇਹ ਲੈਕਟੋਬੈਸਿਲਸ ਬੈਕਟੀਰੀਆ ਨੇ ਵੱਧਦੇ ਆ ਬਾਅਦ ਵਿੱਚ, ਫਿਰ ਜਦੋਂ pH ਘਟ ਜਾਂਦੀ ਆ ਉਹ ਘਟ ਜਾਂਦੇ ਆ। ਹੁਣ ਆ ਜਿਹੜੀ pH ਆ ਇਹ ਤਕਰੀਬਨ 2 ਦਿਨ ਬਾਅਦ ਥੱਲੇ ਆਉਣੀ ਸ਼ੁਰੂ ਹੁੰਦੀ ਆ ਤੇ ਇਹ 14 ਦਿਨ ਦੇ ਬਾਅਦ ਸਟੇਬਲ ਜੀ ਸ਼ੁਰੂ ਹੋ ਜਾਂਦੀ ਆ। ਇਹ pH ਜਿੰਨੀ ਛੇਤੀ ਥੱਲੇ ਆਵੇ ਉਹਨਾਂ ਬੈਟਰ। ਇਹਦੇ ਲਈ ਅਸੀਂ ਕਈ ਵਾਰ ਲਿਕੁਇਡ ਐਸਿਡ ਪਾਉਂਦੇ ਆ, ਜਿਵੇਂ ਸਾਈਲੇਜ ਸੇਵਰ ਸੀ ਉਹਦੇ ਵਿੱਚ ਪ੍ਰੋਪੈਨਿਕ ਐਸਿਡ ਸੀ, ਉਹਨੇ pH ਜਿਹੜੀ ਇਮੀਡੀਏਟਲੀ ਥੱਲੇ ਤੇ ਸਟੇਬਲ ਰਹੇ। ਇਹ ਉਸੇ ਚੀਜ਼ ਨੂੰ ਗ੍ਰਾਫ ਨਾਲ ਦਿਖਾਇਆ ਗਿਆ ਕਿ ਜਦੋਂ ਆਕਸੀਜਨ ਹਵਾ ਚੋਂ ਤੇ ਕਾਰਬੋਹਾਈਡਰੇਟ ਤੇ ਇਹ ਅੰਦਰ ਰੈਸਪੀਰੇਸ਼ਨ ਚੱਲਦੀ ਆ, ਇਹਦੇ ਨਾਲ ਹੀਟ ਜਨਰੇਟ ਹੁੰਦੀ ਆ, ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਆ, ਇਹ ਖਰਾਬ ਹੁੰਦਾ ਸਾਈਲੇਜ। ਲੇਕਿਨ ਜਦੋਂ ਹਵਾ ਨਹੀਂ ਹੈਗੀ, ਕਾਰਬੋਹਾਈਡਰੇਟ ਤੋਂ ਸਿੱਧਾ ਲੈਕਟਿਕ ਐਸਿਡ ਬਣਦਾ, ਜਿਹੜਾ ਉਹ ਸ਼ੂਗਰ ਉਹਦਾ ਲੈਕਟਿਕ ਐਸਿਡ ਬਣਦਾ, ਉਹਦਾ pH ਘਟਦੀ ਆ। ਜੇ ਹਵਾ ਹੈਗੀ ਆ ਤਾਂ ਉਹਦੇ ਤੋਂ ਹੀਟ ਨਿਕਲਦੀ ਆ, ਕਾਰਬਨ ਡਾਈਆਕਸਾਈਡ ਬਣਦੀ ਆ, ਤੇ ਹੀਟ ਨਿਕਲ ਕੇ ਉਹ ਓਵਰ ਹੀਟ ਹੋ ਕੇ ਸਾਈਲੇਜ ਖਰਾਬ ਹੋ ਜਾਂਦਾ। ਇਹ ਜਿਹੜਾ ਪਹਿਲੀ ਸਟੇਜ ਆ, ਜਿਸ ਤਰ੍ਹਾਂ ਹਵਾ ਜਿਹਦੇ ਵਿੱਚ ਰਹਿ ਗਈ 3 ਤੋਂ 4 ਦਿਨ, ਤੇ ਉਹਨੂੰ ਅਸੀਂ ਘੱਟ ਤੋਂ ਘੱਟ ਕਿਵੇਂ ਕਰ ਸਕਦੇ ਹਾਂ। ਇੱਕ ਤਾਂ ਟੋਏ ਨੂੰ ਛੇਤੀ ਤੋਂ ਛੇਤੀ ਭਰੋ,
ਤਾਂ ਕਿ ਉਹਦੇ ਵਿੱਚ ਹਵਾ ਛੇਤੀ ਨਿਕਲੇ। ਇੱਕ ਕੁਤਰਾਈ ਹੈ ਜਿਹੜੀ ਛੋਟੀ ਹੋਵੇ 1 ਤੋਂ 3 ਸੈਂਟੀਮੀਟਰ, ਜੇ ਵੱਡੀ ਆ ਤਾਂ ਹਵਾ ਜ਼ਿਆਦਾ ਰਹੂ। ਉਹ ਪਹਿਲੀ ਸਟੇਜ ਆ, ਲੰਬੀ ਚਲੇ ਜਾਓ। ਠੀਕ ਆ, ਜਿੰਨਾ ਵੱਧ ਤੋਂ ਵੱਧ ਪ੍ਰੈਸਿੰਗ ਕਰੋਗੇ ਉਨੀ ਇਹ ਪਹਿਲੀ ਸਟੇਜ ਘਟੂਗੀ ਤੇ ਜਿਹੜੀ ਇਹਦੀ ਸਾਈਲੇਜ ਦੀ ਖਰਾਬ ਹੋਣ ਦੀ ਦਰ ਉਹ ਘਟੂਗੀ, ਹਵਾ ਘੱਟ ਰਹੂਗੀ। ਜਿੰਨਾ ਜ਼ਿਆਦਾ ਪ੍ਰੈਸ ਕਰੋਗੇ ਤੇ ਉਸ ਤੋਂ ਬਾਅਦ ਸ਼ੀਟ ਰੱਖ ਕੇ ਉੱਤੇ ਭਾਰ ਮਿੱਟੀ ਪਾਓਗੇ, ਬਹੁਤ ਵਧੀਆ ਗੱਲ ਆ। ਉਹਦੇ ਨਾਲ ਜਿਹੜੀ ਉਹਦੇ ਸ਼ੀਟ ਦੇ ਥੱਲੇ ਲੇਅਰ ਉਹ ਖਰਾਬ ਨਹੀਂ ਹੁੰਦੀ। ਜੇ ਮਿੱਟੀ ਨਹੀਂ ਪਾਓਗੇ ਉੱਤੇ ਟਾਇਟ ਹੋ ਰੱਖੋਗੇ ਉਹ ਥੋੜੀ ਜਿਹੀ ਲੇਅਰ ਖਰਾਬ ਹੋਊਗੀ ਥੱਲੇ, ਕਿਉਂਕਿ ਵਿੱਚ ਹਵਾ ਰਹਿ ਜਾਂਦੀ ਹੈ। ਜਿੰਨੀ ਉਹ ਉੱਪਰੋਂ ਭਾਰ ਨਾਲ ਪ੍ਰੈਸ ਹੋ ਜਾਵੇ ਉਨੀ ਵਧੀਆ ਚੀਜ਼ ਆ। ਦੂਸਰੀ ਸਟੇਜ ਆ ਜਿਹੜੀ ਪੀਐਚ ਆ ਉਹ ਘਟ ਜਾਂਦੀ ਆ, ਤੇਜ਼ਾਬੀਪਣ ਜਿਹੜਾ ਹੈਗਾ ਉਹ ਸਾਰਾ ਉਹਦੇ ਵਿੱਚ ਆ ਜਾਂਦਾ। ਇੱਕ ਥੋੜਾ ਜਿਹਾ ਇੱਥੇ ਦੱਸਣਾ ਚਾਹਾਂਗਾ ਕਿ ਜਦੋਂ ਆ ਜਿਹੜਾ ਸੁੱਕਾ ਮਾਦਾ ਮੱਕੀ ਦਾ, ਅੱਜ ਕੱਲ ਕਾਫੀ ਇਸ ਬਾਰੇ ਚਰਚਾ ਚੱਲ ਰਹੀ ਆ ਵੀ ਮੱਕੀ ਕਦੋਂ ਵੱਢਣੀ ਆ। ਦੇਖੋ ਉਹਦੇ ਅਗਲੀ ਸਟੇਜ ਦੇ ਵਿੱਚ ਆ ਦੇਖੋ, ਹਾਂ ਮੱਕੀ ਕਦੋਂ ਵੱਢਣੀ ਆ। ਕੋਈ ਥੋੜੀ ਚੜ ਕੇ ਵੱਢਣੀ ਚਾਹੁੰਦਾ ਵੀ ਕਿ ਮਿਲਕ ਲਾਈਨ ਆ ਉਹ 1/3 ਰਹਿ ਜਾਵੇ, ਯੈਲੋ ਜ਼ਿਆਦਾ ਵੱਧ ਜਾਵੇ। ਕੋਈ ਕਹਿੰਦਾ ਵੀ ਹਾਫ ਮਿਲਕ ਲਾਈਨ ਹੋਵੇ ਉਹ ਬੈਟਰ ਆ। ਤੇ ਦੇਖੋ ਡਰਾਈ ਮੈਟਰ ਜਿਹੜਾ ਸੁੱਕਾ ਮਾਦਾ, ਉਹ ਜੇ ਥੋੜਾ ਜਿਹਾ ਜ਼ਿਆਦਾ ਸੁੱਕ ਜੇ ਮੱਕੀ ਤਾਂ ਉਹ ਪ੍ਰੈਸਿੰਗ ਨਹੀਂ ਹੁੰਦੀ। ਉਹ ਪ੍ਰੈਸਿੰਗ ਨਹੀਂ ਹੋਊਗੀ, ਓਵਰਹੀਟ ਹੋਊਗਾ, ਸਾਈਲੇ ਦੀ ਕੁਆਲਿਟੀ ਖਰਾਬ ਹੋ ਜਾਏਗੀ। ਇਸ ਕਰਕੇ ਥੋੜਾ ਜਿਹਾ ਜੇ ਕੌਨਸ਼ੀਅਸ ਰਹਿਣਾ, ਥੋੜਾ ਜਿਹਾ ਮੇਰਾ ਇਹ ਸੁਝਾਅ ਵੀ ਜ਼ਿਆਦਾ ਚੜ੍ਹਨ ਤੋਂ ਬਚੋ, ਉਹਦੇ ਨਾਲ ਖਰਾਬ ਹੋਣ ਦੀ ਦਰ ਵੱਧ ਹੋ ਜਾਂਦੀ ਹੈ। ਥੋੜਾ ਜਿਹਾ ਹਾਫ ਮਿਲਕ ਲਾਈਨ ਹੈ ਜਿਹੜਾ ਉਹ ਆਪਣੀ ਸਟੇਜ ਦੇ, ਕਿਉਂਕਿ ਜਦੋਂ ਆਪਾਂ ਵੱਢਦੇ ਹਾਂ ਗਰਮੀ ਬਹੁਤ ਹੁੰਦੀ ਆ, ਜੇ ਕੁਝ ਘੰਟੇ ਜਾਂ ਇੱਕ ਦਿਨ ਦਾ ਫਰਕ ਪੈ ਗਿਆ ਉਹ ਇੱਕਦਮ ਮੱਕੀ ਸੁੱਕਣ ਵੱਲ ਜਾਂਦੀ ਆ। ਇਸ ਕਰਕੇ ਸੇਫ ਸਾਈਡ ਤੇ ਆ ਜਿਹੜੀ ਉਹ ਹਾਫ ਮਿਲਕ ਲਾਈਨ ਆ, ਉਸ ਤੇ ਵੱਢੋ। ਉਦੋਂ ਹੀ ਉਹਦੀ ਡਾਈਜੈਸਟੀਬਿਲਿਟੀ ਆ ਜਿਹੜੀ, ਸੌਰੀ ਹਾਫ ਮਿਲਕ ਲਾਈਨ ਤੇ ਡਾਈਜੈਸਟੀਬਿਲਿਟੀ ਵੀ ਵਧੀਆ, ਉਹਦਾ ਝਾੜ ਵੀ ਵਧੀਆ, ਤੇ ਉਹਦੇ ਚ ਮੋਇਸਚਰ ਆ ਜਿਹੜਾ ਉਹ 63-65 ਮਤਲਬ 35-37% ਡਰਾਈ ਮੈਟਰ ਹੋ ਜਾਂਦਾ, ਤੇ ਪ੍ਰੋਟੀਨ ਸਾਰਾ ਕੁਝ ਐਨਡੀਐਫਪੀ 47 ਠੀਕ ਆ। ਮਤਲਬ ਜਦੋਂ ਪੱਕੀ ਪੱਕ ਜਾਂਦੀ ਹੈ ਤੇ ਉਹਦੇ ਨਾਲ ਥੋੜਾ ਜਿਹਾ ਝਾੜ ਵੀ ਘਟਦਾ ਤੇ ਉਹਦੇ ਨਾਲ ਡਾਈਜੈਸਟੀਬਿਲਿਟੀ ਵੀ ਥੋੜੀ ਘਟਣ ਲੱਗ ਜਾਂਦੀ ਆ। ਠੀਕ ਆ, ਇਨਟੇਕ ਜਾਨਵਰ ਕਈ ਵਾਰ, ਪਰ ਜੋ ਪ੍ਰੈਸਿੰਗ ਬਹੁਤ ਜ਼ਬਰਦਸਤ ਆ ਫਿਰ ਉਹ ਕੁਆਲਿਟੀ ਬਣੂ, ਅਦਰਵਾਈਜ਼ ਜੇ ਪੱਕ ਗਈ ਮੱਕੀ ਤਾਂ ਕੁਆਲਿਟੀ ਨਹੀਂ ਬਣਨੀ। ਤੀਸਰੀ ਸਟੇਜ ਹੈ ਜਿਹੜੀ ਸਾਈਲੇਜ, ਜਦੋਂ ਇੱਕ ਵਾਰ ਪੀਐਚ ਘਟ ਗਈ ਫਿਰ ਉਹ ਸਟੇਬਲ ਪਿਆ ਰਹਿੰਦਾ, ਫਿਰ ਉਹਨੂੰ ਨਾ ਛੇੜੋ ਤਾਂ ਉਹਨੂੰ ਚਾਹੇ 6 ਮਹੀਨੇ ਤੱਕ ਉਹਨੂੰ ਰੱਖੋ, ਉਹਨੂੰ ਸਾਲ ਤੱਕ ਰੱਖੋ, ਫਿਰ ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਠੀਕ ਹੈ, ਪਰ ਇਹ ਧਿਆਨ ਰੱਖਣਾ ਵੀ ਸ਼ੀਟ ਕਿਤੋਂ ਫਟ ਨਾ ਜਾਵੇ। ਜੇ ਕਿਤੋਂ ਫਟ ਗਈ, ਮੀਂਹ ਦਾ ਪਾਣੀ ਪੈ ਗਿਆ, ਉਹਨੇ ਖਰਾਬ ਹੋ ਜਾਣਾ। ਵਿਲਟਿੰਗ ਆਪਣੇ ਇੰਨਾ ਨਹੀਂ ਲੋੜ ਪੈਂਦੀ, ਵਿਲਟਿੰਗ ਲੋੜ ਪੈਂਦੀ ਹੈ ਜਮੀ ਦੇ ਵਿੱਚ। ਜੇ ਥੋੜਾ ਜਿਹਾ ਪੱਠਾ ਨਰਮ ਆ, ਇੱਕ ਦਿਨ ਧੁੱਪ ਲਵਾ ਲਓ ਖੇਤ ਦੇ ਵਿੱਚ, ਉਸ ਤੋਂ ਬਾਅਦ ਉਹਨੂੰ ਟੋਕਾ ਕਰਕੇ ਸਾਈਲੇਜ ਪਾਈਏ। ਲੇਕਿਨ ਜੇ ਮਸ਼ੀਨ ਨਾਲ ਵੱਢਦੇ ਆ, ਮੱਕੀ ਵੱਢਦੇ ਆ, ਫਿਰ ਉੱਥੇ ਵਿਲਟਿੰਗ ਵਾਲੀ ਕੰਡੀਸ਼ਨ ਨਹੀਂ ਆਉਂਦੀ। ਆਹ ਚੀਜ਼ ਜਿਹੜੀ ਹੈਗੀ ਆ, ਇੱਥੋਂ ਥੋੜਾ ਜਿਹਾ ਸਮਝੋ। ਪੈਕ ਡੈਂਸਿਟੀ ਜਿੰਨੀ ਅਸੀਂ ਜ਼ਿਆਦਾ ਦਬਾਵਾਂਗੇ ਉਨਾ ਲਾਸ ਘਟੂਗਾ। 6 ਮਹੀਨੇ ਬਾਅਦ ਲਾਸ ਕਿੰਨਾ ਹੋਇਆ, ਜਿੰਨਾ ਉਹਨੂੰ ਵੱਧ ਪ੍ਰੈਸ ਕਰਾਂਗੇ ਉਹਨਾਂ ਲਾਸ ਘਟੂਗਾ। ਪਰ ਸਕੁਅਰ ਮੀਟਰ ਦੇ ਵਿੱਚ ਕਿੰਨਾ ਡਰਾਈ ਮੈਟਰ ਪੈ ਗਿਆ ਉਹ ਦੱਸਿਆ ਹੋਇਆ, ਉਹਦੇ ਪਰਸੈਂਟ ਲਾਸ ਕਿੰਨਾ ਹੋਊਗਾ। ਠੀਕ ਹੈ, ਜੇ ਅਸੀਂ ਡਰਾਈ ਮੈਟਰ ਪੈਕ ਕਰਤਾ 3.5 ਕੁਇੰਟਲ ਪਰ ਸਕੁਅਰ ਮੀਟਰ, ਤਾਂ ਜਿਹੜਾ ਡਰਾਈ ਮੈਟਰ ਲਾਸ ਆ ਸਿਰਫ 10% ਰਹਿ ਜਾਊਗਾ। ਜੇ ਅਸੀਂ 160 ਕੀਤਾ ਤਾਂ ਡਰਾਈ ਮੈਟਰ ਲਾਸ ਆ 20%। ਪੈਕਿੰਗ ਜਿੰਨੀ ਵੱਧ ਤੋਂ ਵੱਧ ਹੋ ਰਹੀ ਆ, ਪ੍ਰੈਸਿੰਗ ਜਿੰਨੀ ਵੱਧ ਤੋਂ ਵੱਧ ਹੋ ਰਹੀ ਆ, ਉਹਨਾਂ ਉਹ ਸਾਈਲੇ ਦੀ ਕੁਆਲਿਟੀ ਆ ਜਿਹੜੀ ਉਹ ਬੈਟਰ ਬਣੇਗੀ। ਇਹੀ ਫੰਡਾ ਵਾ ਮੇਨ। ਤੇ ਸਾਈਲੇਜ ਦੀਆਂ ਕਈ ਕੁਆਲਿਟੀਜ਼ ਨੇ, ਲੈਕਟੇਟ ਸਾਈਲੇਜ ਆ, ਐਸਟੀਟੇਟ ਸਾਈਲੇਜ ਆ, ਬਿਊਟਰੇਟ ਸਾਈਲੇਜ ਆ, ਕਲੋਸਟ੍ਰੀਡੀਅਲ ਜਿਹਨੂੰ ਕਹਿੰਦੇ ਆ ਬਿਊਟਰੇਟ ਸਾਈਲੇਜ, ਉਹ ਹੈਗੇ ਆ। ਇਹ ਜੇ ਪਾਣੀ ਜ਼ਿਆਦੇ ਆ, ਮੋਇਸਚਰ, ਫਿਰ ਆ ਕਲੋਸਟ੍ਰੀਡੀਅਲ ਸਾਈਲੇਜ ਬਣ ਜਾਂਦਾ। ਜੇ ਬਹੁਤ ਸੁੱਕਾ ਹੋ ਗਿਆ ਤਾਂ ਐਸੀਟੇਟ ਬਣ ਜਾਂਦਾ ਜ਼ਿਆਦਾ ਥੋੜਾ ਜਿਹਾ। ਜੇ ਠੀਕ ਸਟੇਜ ਆ, ਸਟਾਰਚ ਹੈਗਾ, ਫਿਰ ਲੈਕਟੇਟ ਸਾਈਲੇਜ ਬਣਦਾ, ਵਧੀਆ ਕੁਆਲਿਟੀ ਜਿਹੜਾ ਸਾਨੂੰ ਚਾਹੀਦਾ। ਜੇ ਸ਼ੂਗਰ ਘੱਟ ਆ, ਥੋੜਾ ਜਿਹਾ ਡਰਾਈ ਮੈਟਰ ਵੱਧ ਗਿਆ, ਫਿਰ ਐਸੀਟੇਟ ਸਾਈਲੇਜ ਬਣ ਜਾਂਦਾ, ਓਵਰਹੀਟ ਹੋ ਜਾਂਦਾ ਕਈ ਵਾਰ। ਇਸ ਕਰਕੇ ਅਲੱਗ-ਅਲੱਗ ਜਿਹੜੇ ਸਾਈਲੇ ਦੀ ਕੁਆਲਿਟੀ ਆ, ਉਹ ਕਿਸ ਤਰ੍ਹਾਂ ਤੁਸੀਂ ਕ੍ਰੌਪ ਪਾ ਰਹੇ ਹੋ, ਕਿਸ ਤਰ੍ਹਾਂ ਦੀ ਪੈਕਿੰਗ ਕਰ ਰਹੇ ਹੋ, ਉਸ ਹਿਸਾਬ ਨਾਲ ਉਹਦੀ ਕੁਆਲਿਟੀ ਆ ਜਿਹੜੀ ਉਹ ਬਣਦੀ ਹੈ। ਹੁਣ ਵਧੀਆ ਸਾਈਲੇਜ ਆ ਜਿਹੜਾ ਉਹਦੇ ਵਿੱਚ ਪੀਐਚ ਆ ਜਿਹੜੀ
ਉਹ 3.8 ਤੋਂ 4.2। ਦੇਖੋ ਸਾਈਲੇਜ ਦੀ ਜੇ ਕੁਆਲਿਟੀ ਪੈਰਾਮੀਟਰ ਨੇ ਕਈ ਨੇ, ਲੇਕਿਨ ਪੀਐਚ ਸਭ ਤੋਂ ਪਹਿਲਾਂ। ਜੇ ਪੀਐਚ ਇਸ ਰੇਂਜ ਦੇ ਵਿੱਚ ਆ ਗਈ ਤਾਂ ਬਾਕੀ ਚੀਜ਼ਾਂ ਨੇ ਜਿਹੜੀਆਂ ਉਹ ਕਾਫੀ ਹੱਦ ਤੱਕ ਸਹੀ ਹੁੰਦੀਆਂ ਨੇ। ਜੇ ਪੀਐਚ 4.5 ਤੋਂ ਜ਼ਿਆਦਾ ਆ, 4.2 ਤੋਂ 4.5 ਤੱਕ ਆਪਾਂ ਐਵਰੇਜ ਮੰਨ ਲੈਂਦੇ ਹਾਂ। 4.5 ਤੋਂ ਜ਼ਿਆਦਾ ਤੋਂ ਮਾੜਾ ਸਾਈਲੇਜ ਆ, ਬਾਕੀ ਉਹਦੀ ਫਿਰ ਟੈਸਟ ਕਰਨ ਦੀ ਲੋੜ ਹੀ ਨਹੀਂ, ਫਿਰ ਉਹ ਡੰਗਰਾਂ ਨੇ ਬਾਹਲਾ ਖਾਣਾ ਨਹੀਂ, ਦੁੱਧ ਵੀ ਘੱਟ ਦੇਣਗੇ। ਇਸ ਕਰਕੇ ਪਹਿਲਾਂ ਪੀਐਚ ਆ, ਉਸ ਤੋਂ ਬਾਅਦ ਜਿਹੜੇ ਪੈਰਾਮੀਟਰ ਨੇ ਉਹ ਬਾਅਦ ਚ ਨੇ। ਜਿਹੜਾ ਐਸੀਟੇਟ ਸਾਈਲੇਜ ਆ ਇਹਦੇ ਵਿੱਚ ਪੀਐਚ ਵੱਧ ਜਾਂਦੀ ਆ, 4.2 ਤੋਂ 4.5 ਇੱਥੇ ਤੱਕ ਹੋ ਜਾਂਦੀ ਆ। ਲੇਕਿਨ ਜਿਹੜਾ ਕਲੋਸਟ੍ਰੀਡੀਅਲ ਸਾਈਲੇਜ ਇਹਦੇ ਵਿੱਚ ਪੀਐਚ ਹੋਰ ਵੀ ਕਈ ਵਾਰ ਵੱਧ ਜਾਂਦੀ ਹੈ, ਚ ਅਮੋਨੀਆ ਵੀ ਵੱਧਦੀ ਆ। ਇਹ ਸਿਰਫ ਤਾਂ ਹੋਊਗਾ ਜੇ ਬਹੁਤ ਨਰਮ ਪੱਠਾ, ਮੋਇਸਚਰ ਬਹੁਤ ਜ਼ਿਆਦਾ ਆ, ਡਰਾਈ ਮੈਟਰ 25% ਤੇ 20-25% ਰਹਿ ਗਿਆ। ਇਹ ਸਟੇਜ ਆਪਣੇ ਹੁਣ ਫਾਰਮਰ ਦੇ ਨਹੀਂ ਆਉਂਦੀ, ਕਿਉਂਕਿ ਹੁਣ ਮੱਕੀ ਦਾ ਸਾਈਲੇਜ ਸਾਰੇ ਤਕਰੀਬਨ ਸਿੱਖ ਗਏ ਨੇ ਬਣਾਉਣਾ। ਪਹਿਲਾਂ ਜਦੋਂ ਜਮੀ ਨਰਮ ਵੱਢ ਕੇ ਬਣਾ ਲੈਂਦੇ ਸੀ ਉਦੋਂ ਇਹ ਸਟੇਜ ਆਉਂਦੀ ਹੁੰਦੀ ਸੀ, ਜਾਂ ਕਈ ਵਾਰ ਜੇ 1006 ਜਿਹੜੀ ਮੱਕੀ ਆ ਉਹ ਹਰੀ ਪਾਣੀ ਜਾਂ ਥੋੜਾ ਜ਼ਿਆਦਾ ਹੁੰਦਾ ਸੀ, ਉਦੋਂ ਇਹ ਸਟੇਜ ਆ ਜਾਂਦੀ ਸੀ ਵੀ ਉਹਦੇ ਵਿੱਚ ਜਿਹੜਾ ਅਮੋਨੀਆ ਉਹ ਵੱਧ ਆ ਜਾਂਦੀ ਸੀ। ਇਹ ਚਾਰੇ ਦੀ ਪੁਤਰਾਈ ਦੀ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਕਿ 1 ਤੋਂ 3 ਸੈਂਟੀਮੀਟਰ। ਜਿੰਨਾ ਵੱਡਾ ਕਰੋਗੇ ਉਹਦੀ ਪੈਕਿੰਗ ਘੱਟ ਹੋਊਗੀ, ਉਹਦੇ ਵਿੱਚ ਹਵਾ ਰਹੂਗੀ ਤੇ ਉਹਦੇ ਖਰਾਬ ਹੋਣ ਦੇ ਜਿਹੜੇ ਲਾਸਸ ਨੇ ਉਹ ਵਧਣਗੇ। ਇਸ ਕਰਕੇ ਜਿਹੜੀ ਕੁਤਰਾਈ ਆ 1 ਤੋਂ 3 ਸੈਂਟੀਮੀਟਰ। ਜਿੰਨਾ ਜੇ ਜ਼ਿਆਦਾ ਬਰੀਕ ਹੋ ਜਾਊਗਾ ਚੂਰਾ ਬਿਲਕੁਲ, ਤਾਂ ਉਹਦੇ ਨਾਲ ਕਹਿੰਦੇ ਦੇਖੋ ਸਾਈਲੇਜ ਦੀ ਕੁਆਲਿਟੀ ਟੈਸਟ ਕਰਾਉਂਗੇ ਉਹ ਵਧੀਆ ਹੋਊਗੀ। ਜੇ ਬਹੁਤ ਚੂਰਾ ਮਸ਼ੀਨ ਨੇ ਕਿਸੇ ਨੇ ਕਰਤਾ, ਉਹਨਾਂ ਸਾਈਲੇਜ ਦੀ ਕੁਆਲਿਟੀ ਪੈਰਾਮੀਟਰ ਸਾਰੇ ਵਧੀਆ ਹੋਣਗੇ, ਲੇਕਿਨ ਜਦੋਂ ਜਾਨਵਰ ਖਾਂਦੇ ਉਹਦੇ ਵਿੱਚ ਕਈ ਵਾਰ ਫੈਟ ਘਟਣ ਲੱਗ ਜਾਂਦੀ, ਕਿਉਂਕਿ ਐਸੀਡੋਸਿਸ ਸ਼ੁਰੂ ਹੋ ਜਾਂਦਾ, ਉਹਦੇ ਪਾਰਟੀਕਲ ਸਾਈਜ਼ ਬਹੁਤ ਛੋਟਾ ਹੋਣ ਨਾਲ ਉਹ ਜਾਨਵਰ ਖਾਊ ਵੀ ਪੂਰਾ, ਦੁੱਧ ਵੀ ਪੂਰਾ ਦੂ, ਪਰ ਫੈਟ ਘਟਣ ਲੱਗ ਜਾਂਦੀ ਹੈ। ਜਾਂ ਤਾਂ ਉਹਦੇ ਵਿੱਚ ਤੂੜੀ ਵੱਧ ਪਾਓ ਥੋੜੀ ਜਿਹੀ, ਫਿਰ ਉਹ ਥੋੜੀ ਐਸੀਡੋਸਿਸ ਦੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ। ਇਸ ਕਰਕੇ ਸਾਈਲੇਜ 1 ਤੋਂ 3 ਸੈਂਟੀਮੀਟਰ ਜਿਹੜਾ ਉਹ ਸਹੀ ਰਹਿੰਦਾ। ਸੁੱਕਾ ਮਾਦਾ ਜਿਹੜਾ ਉਹ ਬਹੁਤ ਜ਼ਰੂਰੀ ਆ ਅੰਦਾਜ਼ਾ ਲਾਉਣਾ ਵੀ ਡਰਾਈ ਮੈਟਰ ਕਿੰਨਾ। ਜੇ ਤਾਂ ਤੁਸੀਂ ਛੱਲੀ ਵਾਲੀ ਮੱਕੀ ਦਾ ਸਾਈਲੇਜ ਬਣਾਉਂਦੇ ਹੋ ਤਾਂ ਜੇ ਹਾਫ ਮਿਲਕ ਲਾਈਨ ਆ ਤਾਂ ਡਰਾਈ ਮੈਟਰ ਓਕੇ ਆ ਵੀ 34, 33, 34, 35, 37 ਇੱਥੇ ਕੁ ਰਹਿੰਦਾ, ਬਸ 35 ਦੇ ਆਸੇ-ਪਾਸੇ ਰਹਿੰਦਾ। ਜੇ ਕੋਈ ਹੋਰ ਕ੍ਰੌਪ ਦਾ ਸਾਈਲੇਜ ਬਣਾਉਂਦੇ ਹੋ ਫਿਰ ਥੋੜਾ ਜਿਹਾ ਅੰਦਾਜ਼ਾ ਲਾਉਣਾ ਕਈ ਵਾਰ ਮੁਸ਼ਕਲ ਹੋ ਜਾਂਦਾ, ਪਰ ਕਿਉਂਕਿ ਹੁਣ 90% ਆ ਜਿਹੜਾ ਉਹ ਮੱਕੀ ਦੇ ਹੀ ਬਣਾਉਂਦੇ ਆ, ਛੱਲੀ ਵਾਲੀ ਮੱਕੀ ਦਾ, ਤੇ ਉੱਥੇ ਡਰਾਈ ਮੈਟਰ ਜੇ ਸਟੇਜ ਸਹੀ ਆ ਤਾਂ ਉੱਥੇ ਉਹਦੀ ਕੋਈ ਪ੍ਰੋਬਲਮ ਨਹੀਂ। ਜੇ ਹਾਫ ਮਿਲਕ ਲਾਈਨ ਆ ਉਹ 35% ਡਰਾਈ ਮੈਟਰ ਆ ਹੀ ਜਾਣਾ ਨਾਰਮਲ। ਹੁਣ ਸਾਈਲੇਜ ਦੀ ਮਾਤਰਾ ਤੁਸੀਂ ਕੈਲਕੂਲੇਟ ਕਰਨੀ ਹੈ ਵੀ ਸਾਲ ਦੇ ਵਿੱਚ ਸਾਰਾ ਸਾਲ 'ਚ ਕਿੰਨਾ ਚਾਹੀਦਾ, 25 ਕਿਲੋ ਇੱਕ ਨੂੰ ਚਾਹੀਦਾ, ਤੇ ਉਹ ਸਾਰੇ ਸਾਲ ਦੀ ਕੈਲਕੂਲੇਸ਼ਨ ਕਰਕੇ ਚੱਲੋ ਤੇ ਕੋਸ਼ਿਸ਼ ਕਰੋ ਕਿ ਪਹਿਲੇ ਬਣਾ ਲਓ, ਕਿਉਂਕਿ ਇਹ ਜਿਹੜਾ ਤੁਸੀਂ ਆਪ ਬਣਾਓਗੇ ਸਾਈਲੇਜ ਮੱਕੀ ਲੈ ਕੇ, ਜਿਵੇਂ ਪਿਛਲੇ ਸਾਲ ਜਿਨ੍ਹਾਂ ਨੇ ਬਣਾਇਆ ਉਹਨਾਂ ਦੀ ਕਾਸਟ ਆ ਜਿਹੜੀ ਤਕਰੀਬਨ 3.25 ਰੁਪਏ ਪਰ kg ਆਈ ਆ, ਜਿੱਦਾਂ ਤੱਕ ਮੈਨੂੰ ਪਤਾ ਲੱਗਿਆ। ਇਸ ਵਾਰ ਹੋ ਸਕਦਾ ਥੋੜੀ 3.5 ਜਾਂ 3.70 ਆ ਜਾਵੇ। ਜਿਹੜਾ ਮੁੱਲ ਲੈਂਦੇ ਆ ਸਾਈਲੇਜ ਉਹ ਹੁਣ ਤਾਂ 7 ਰੁਪਏ ਹੋ ਗਿਆ, ਲੇਕਿਨ 5, 5.5, 6 ਸੀ, ਹੁਣ 7 ਤੇ ਪਹੁੰਚ ਗਿਆ। ਇਸ ਕਰਕੇ ਹਾਫ ਕਾਸਟ ਮੁੱਲ ਲੈਣ ਨਾਲੋਂ ਹਾਫ ਕਾਸਟ ਦੇ ਵਿੱਚ ਸਾਈਲੇਜ ਤੁਸੀਂ ਆਪ ਬਣਾ ਸਕਦੇ। ਅੱਜ ਕੱਲ੍ਹ ਬੇਲਸ ਦਾ ਚੱਲ ਪਿਆ, ਪਰ ਬੇਲਸ ਮੈਨੂੰ ਇਹ ਲੱਗਦਾ ਵੀ ਸਿਰਫ ਇੱਕ ਘਾਟ ਪੂਰੀ ਕਰ ਲਈ, ਜਾਂ ਜਿੱਥੇ ਜੇ ਤੁਹਾਡਾ ਨਹੀਂ ਕੋਈ ਥੋੜਾ ਬਹੁਤਾ ਘਟ ਗਿਆ ਉਹ ਪੂਰਾ ਕਰ ਲਓ। ਜੇ ਸਾਰਾ ਸਾਲ ਬੇਲ 'ਚ ਰਹਿਣਾ ਫਿਰ ਕੁਝ ਨਹੀਂ ਬਚਣਾ ਹੈਗਾ। ਇੰਨਾ ਮਹਿੰਗਾ ਸਾਈਲੇਜ ਲੈ ਕੇ 7 ਰੁਪਏ 6.5 ਰੁਪਏ ਫਿਰ ਬਚਣ ਦਾ, ਜਾਂ ਤਾਂ ਜੇ ਤੁਹਾਡਾ ਦੁੱਧ ਬਿਲਕੁਲ ਸ਼ਹਿਰ ਦੇ ਵਿੱਚੋਂ 50 ਰੁਪਏ ਜਾਂ 45 ਰੁਪਏ ਗਾਂ ਦਾ ਵਿਕ ਰਿਹਾ ਫਿਰ ਤਾਂ ਚਲੋ ਪੈ ਜਾਂਦਾ, ਲੇਕਿਨ ਜੇ ਵੇਰਕਾ ਨੂੰ ਜਾਂ ਨੈਸਲੇ ਨੂੰ ਪਾ ਕੇ ਤੁਸੀਂ ਬੇਲ ਸਾਈਲੇਜ ਪਾਉਣਾ ਫਿਰ ਨਹੀਂ ਉਹ ਬਚਣਾ ਹੈਗਾ। ਸਾਈਲੇਜ ਆਪਣਾ ਪਾਓ, ਹਾਫ ਰੇਟ ਤੇ ਪਊਗਾ। ਇੱਕ ਜਿਹੜਾ ਵਰਗ ਮੀਟਰ ਆ ਤਕਰੀਬਨ 5 ਕੁਇੰਟਲ ਮੱਕੀ ਆਉਂਦਾ, ਸੌਰੀ ਕਿਊਬਿਕ ਮੀਟਰ ਦੇ ਵਿੱਚ 1 ਮੀਟਰ ਬਾਈ 1 ਮੀਟਰ ਜੇ ਤਿੰਨੇ ਪਾਸੇ ਨੂੰ ਕਰ ਲਈਏ ਤਾਂ 5 ਕੁਇੰਟਲ ਮੱਕੀ ਆਉਂਦੀ ਹੈ। ਜੇ ਪ੍ਰੈਸਿੰਗ ਬਹੁਤ ਸਟਰੋਂਗ ਕਰਦੀ ਹੈ ਤਾਂ 6 ਵੀ ਆ ਜਾਊ, ਲੇਕਿਨ ਸੇਫ ਸਾਈਡ ਤੇ 5, 5.5 ਇੰਨੀ ਕੁ ਆਊਗੀ। ਤੇ ਉਸ ਹਿਸਾਬ ਨਾਲ ਅਸੀਂ ਕੈਲਕੂਲੇਟ ਕਰ ਸਕਦੇ ਹਾਂ ਕਿੰਨਾ ਸਾਈਲੇਜ ਪਾਉਣਾ ਤੇ ਕਿੰਨਾ ਉਹ ਟੋਏ ਦਾ ਜਾਂ ਬੰਕਰ ਦਾ ਜਿਹੜਾ ਆਕਾਰ ਆ ਉਹ ਚਾਹੀਦਾ। ਸੁੱਕੇ ਮਾਦੇ ਦਾ ਅੰਦਾਜ਼ਾ ਲਾਉਣਾ, ਜੇ ਤੁਸੀਂ ਹੱਥ ਦੇ ਵਿੱਚ ਟੋਕਾ ਕੀਤਾ ਹੋਇਆ ਕੋਈ ਚਾਰਾ ਐ ਫੜੋਗੇ, ਜੇ ਉਹ ਬਿਲਕੁਲ ਐ ਛੱਡੋਗੇ ਮੁੱਠੀ ਬਿਲਕੁਲ ਐ ਖਿੰਡ ਗਿਆ, ਇਹਦਾ ਮਤਲਬ ਜ਼ਿਆਦਾ ਸੁੱਕਾ। ਜੇ ਬਿਲਕੁਲ ਪਾਣੀ ਜਿਹਾ ਨਿਕਲਿਆ ਤਾਂ ਜ਼ਿਆਦਾ ਗਿੱਲਾ। ਜੇ ਤੁਸੀਂ ਉਹਨੂੰ ਛੱਡੋਗੇ ਤੇ ਹਲਕੀ ਜਿਹੀ ਮੋਇਸਚਰ ਹੱਥ ਤੇ ਨਾ ਪਾਣੀ ਜਿਹਾ ਦਿਖੇ ਤਾਂ ਮਤਲਬ ਸਹੀ ਆ, ਮਤਲਬ ਇੱਕ ਰਫ ਜਿਹਾ ਹੈਗਾ। ਨਹੀਂ ਤਾਂ ਤੁਸੀਂ ਉਹਨੂੰ ਮਾਈਕ੍ਰੋਵੇਵ 'ਚ ਰੱਖ ਕੇ ਤੋਲ ਕੇ ਮਾਈਕ੍ਰੋਵੇਵ 'ਚ ਰੱਖ ਦਿਓ, ਉਹਨੂੰ ਸੁਕਾ ਦਿਓ, ਫਿਰ ਤੋਲ ਦਿਓ, ਡਰਾਈ ਮੈਟਰ ਆ ਜਾਊਗਾ, ਬੜਾ ਸਿੱਧਾ ਹੈਗਾ।
देखो जदों कड्ढना साइलेज तो सीधा जिहड़ा वो उपर तो थले तक हर रोज़ तकरीबन 5 इंच तय आ जिहड़ी निकलनी चाहिए आ, क्योंकि वो जे तुसीं ये नहीं कड्ढोगे तो स्पॉयलेज शुरू हो जाएगी। जे स्पॉयलेज वो यीस्ट स्पोर या मोल्ड्स बन लग गए, वो पीएच ਵਧਣ ਲੱਗ ਜਾਂਦੀ है, वो क्वालिटी है जी डाउन हो जाएगी। इस करके जिहड़ा टोए का फेस आ वो कितना होना चाहिए उस हिसाब नाल तुहाडी रिक्वायरमेंट आ। ये नहीं है तुसीं बहुत चौड़ा टोआ बना के वो भर दो, अद्धा 2 दिन इधरों कट्टो 2 दिन इधरों कट्टो, वो फिर क्वालिटी नहीं साइलेज की रहनी। हर रोज़ सारा निकलना चाहिए मूहरियों मूहरियों, तां उहदी क्वालिटी मेनटेन होगी। ये खास ध्यान रखना भी वो चौड़ा कितना होना चाहिए, फार्मूला बनाया कि इन्ना कि चौड़ा उस हिसाब नाल कि 5 इंच तय आ जिहड़ी वो हर रोज़ उहदी निकलनी चाहिए। चंगे साइलेज के पैमाने तुसीं लैबोरेटरी तो टेस्ट कराओगे तो वो ड्राई मैटर आ 30 तो 40, प्रोटीन 7 तो 9, पीएच 3.8 तो 4.2, एनडीएफ 35 तो 55। एनडीएफ की रेंज थोड़ी ज़्यादा इस करके हो जाती है भी जे एक दिन धुप वध लग गई मक्की नूं तो एनडीएफ 2-3 पॉइंट वध जांदा। ते इस करके जे 50, 52 या 55 तो थल्ले ठीक आ, लेकिन जिहड़ा वधिया क्वालिटी का साइलेज है वो तकरीबन 45 तो 50 दे विच रहिंदा। एनडीएफ एडीएफ स्टार्च 28%, 27, 28, 29 इन्ना होवे तो बहुत वधिया साइलेज मन्निया जांदा। ते टीडीएन आ जिहड़ा वो 67 ਤੋਂ 74% तक जे तुसीं लैबोरेटरी जो टेस्ट कराओगे ਇਹਦੇ ਤੇ ਤੁਸੀਂ ਆਪਣੀ ਰਿਪੋर्ट परख सकते हो कि साडा साइलेज इस तरह का है, कितना फर्क पै रहा। ये ਉਹੀ साइलेज के पैमाने लैक्टिक एसिड 4 ਤੋਂ 7, एस्टिक एसिड 103, प्रोपेनिक एसिड ना मात्रे, ब्यूटैरिक एसिड 0, अमोनिकल नाइट्रोजन है जी 5 ਤੋਂ 10% ऑफ टोटल नाइट्रोजन, मतलब थोड़ी बहुत थोड़ी, ठीक है। ये पैमाने ने सारे अजकल टेस्ट होंगे आ, कई कंपनी वाले भी करते हैं, यूनीवर्सिटी वाले भी करते हैं, ये तुसीं करवा सकते हो टेस्ट। उस हिसाब नाल तुसीं अपना वंड आ जिहड़ा वो बनाउणा हुंदा भी इहदे विचों की मिलदा ते वंड चों की लैणा। हुण प्रयोगशाला दे तुसीं साइलेज टेस्ट कराउणा है ना, जिस तरह दस्सिया कि सब तो जरूरी साइलेज दे पीएच, उस तो बाद फिर आ देखो कई बार ये हुंदा कि जिवें यूनीवर्सिटी साडे वो पैसे लैंदे आ टेस्ट करन दे, किहड़े टेस्ट कराने हैं ना वो जरूरी कराओ भी जिन्ना तुहानूं क्वालिटी का आइडिया लग जाए। वो ये जरूरी ने पीएच तो बाद ड्राई मैटर, एमई कंटेंट हजे पेड नहीं हैगा, जे किते हुंदा तां ठीक आ, प्रोटीन, पीएच, अमोनिकल नाइट्रोजन, आ ड्राई मैटर, प्रोटीन, पीएच, अमोनिकल नाइट्रोजन जे 4 पैरामीटर होण तां काफ़ी क्वालिटी का आइडिया होएगा, क्योंकि कई बार पैसे देने पैंदे आ, हरेक पैरामीटर के पैसे लगदे, इस करके घट्टो घट्ट जिहड़े कराउणे वो तुहानूं पता होना चाहिए। जेकर हुण देखो एमई वैल्यू है करनी थोड़ी मुश्किल होंदी है, पर कई करते आ। साडी यूनीवर्सिटी च इनविट्रो गैस प्रोडक्शन टैक्नीक के थ्रू करते हैं एमई वैल्यू कैलकुलेशन। जेकर हरे चारे एमई घट आ रही है, एमई होंगे मैटाबोलिज्म एनर्जी, ऊर्जा जो घट आ रही है, तो इसका कारण ये हो सकता भी जो चारा लेट कटेगा, ये जो एनडीएफ बढ़ गया, एनडीएफ बढ़ जाना एमई घट जाती है, थोड़ी मक्की चढ़ जाए तो एमई घट जाती है, वो सुक जाता है। जेकर साइलेज की वैल्यू बहुत घट आ, लेकिन जो तुसीं चारा बनाया सी उदों ज़्यादा सी हरे चारे की, मतलब फर्क बहुत है दोनों च, ਇਹਦਾ मतलब ਤੁਹਾਡੇ ਜਿਹੜੀ ਪੈਕਿੰਗ ਪੂਕਿੰਗ ਸਹੀ ਨਹੀਂ ਹੋਈ, ਸਾਈलेज ਵਧੀਆ ਨਹੀਂ ਬਣਾਇਆ ਹੈਗਾ। ਇਹ ਦੋਨਾਂ ਨੂੰ ਕੰਪੇਅਰ ਕਰੋ। ਜੇਕਰ ਹਰੇ ਚਾਰੇ ਜੀ ਤੋਂ ਬਣਾਇਆ ਤੇ ਸਾਈलेज ਦੀ ਐਮਈ ਬਰਾਬਰ ਆ, ਇਹਦਾ ਮਤਲਬ ਤੁਸੀਂ ਠੀਕ ਬਣਾਇਆ ਸਾਰਾ ਕੁਝ ਸਾਈलेज, ਠੀਕ ਹੈ। ਦੋਨਾਂ ਹੀ ਟੈਸਟ ਕਰਾ ਸਕਦੇ ਹੋ। ਤੇ ਜੇਕਰ ਇਹ ਕਦੇ ਨਹੀਂ ਹੋ ਸਕਦਾ ਵੀ ਐਮਈ ਵੈਲਿਊ ਸਾਈलेज ਦੀ ਜ਼ਿਆਦਾ ਆ ਗਈ, ਜਿਹੜੇ ਚਾਰੇ ਤੋਂ ਬਣਾਇਆ ਉਹਦੀ ਘੱਟ ਸੀ, ਉਹ ਫਿਰ ਗਲਤੀ ਹੈ, ਟੈਸਟਿੰਗ ਦੀ ਗਲਤੀ, ਠੀਕ ਆ। ਬਰਾਬਰ ਤਾਂ ਆ ਸਕਦੀ ਹੈ ਪਰ ਸਾਈलेज ਦੀ ਜ਼ਿਆਦਾ ਨਹੀਂ ਆ ਸਕਦੀ ਹਰੇ ਚਾਰੇ। ਹੁਣ ਜਦੋਂ ਸੈਂਪਲ ਲੈਣਾ ਟੈਸਟ ਕਰਾਉਣ ਲਈ ਸਟਾਫ ਜੀ ਬਹੁਤ ਵੱਡਾ ਗੈਪ ਆਉਂਦਾ ਜੀ, ਇਹ ਫਾਰਮਰਾਂ ਉਹਨਾਂ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੁੰਦਾ, ਨਹੀਂ ਤਾਂ ਅਸੀਂ ਬਾਹਰੋਂ ਮੱਕੀ ਦੇ ਦਿੰਦੇ ਹਾਂ, ਮਤਲਬ ਵੇਰੀਏਸ਼ਨ ਮਿਲਦਾ ਹੈ 15% ਰਹਿ ਜਾਂਦਾ, 28 ਵੀ ਆ 28 ਵੀ ਆਉਂਦਾ। ਸਟਾਰਚ ਦਾ ਮੇਨ ਸਟਾਰਚ ਦਾ ਇਹ ਆ ਜੀ, ਸਟਾਰਚ ਉਹ ਛੱਲੀ ਕੰਟੈਂਟ ਦੇ ਹਿਸਾਬ ਨਾਲ ਆ ਵੀ ਛੱਲੀ ਕਿਸੇ ਨੇ ਤੋੜ ਲਈ
ਜਾਂ ਉਹਦਾ ਕਈ ਵਾਰ ਜੇ ਥੋੜਾ ਜਿਹਾ ਨਰਮ ਪੈ ਗਿਆ ਦੁੱਧ ਆ ਗਿਆ ਉਹ 'ਚ ਵੀ ਘਟ ਜਾਂਦਾ ਇੱਕਦਮ। ਮਤਲਬ ਹਾਫ ਮਿਲਕ ਲਾਈਨ ਹੋਵੇ ਤਾਂ ਸਟਾਰਚ ਹੈ ਜਿਹੜਾ ਉਹ ਬੈਟਰ ਆਊਗਾ। ਜੇ ਮਿਲਕ ਲਾਈਨ ਜ਼ਿਆਦਾ ਆ 1/3 ਹੈ ਸਾਰੀ ਮਿਲਕ ਲਾਈਨ ਆ ਫਿਰ ਸਟਾਰਚ ਘਟੂਗਾ। ਇਸ ਕਰਕੇ ਹਾਫ ਮਿਲਕ ਲਾਈਨ ਘੱਟੋ ਘੱਟ ਉਹ ਆ। ਜੇ ਹਾਫ ਤੋਂ ਵੱਧਦੇ ਆ ਯੈਲੋ ਮਤਲਬ ਪਕਾਉਨੇ ਆ ਫਿਰ ਤਾਂ ਉੱਧਰ ਜਾਓ। ਜੇ ਤੁਸੀਂ ਬਹੁਤ ਸ਼ੋਰ ਹੋ ਮਸ਼ੀਨ ਦੀ ਅਵੇਲੇਬਿਲਿਟੀ ਵੀ ਹਾਂ ਅੱਜ ਚਾਹੀਦੇ ਤਾਂ ਅੱਜ ਵੱਢ ਕੇ ਪਾ ਦਾਂਗੇ, ਕਿਉਂਕਿ ਉਸ ਤੋਂ ਬਾਅਦ 2 ਦਿਨ ਨਿਕਲ ਗਏ ਤਾਂ ਫਿਰ ਉਹ ਜ਼ਿਆਦਾ ਪੱਕ ਜਾਂਦੀ ਆ। ਇਸ ਕਰਕੇ ਹਾਫ ਮਿਲਕ ਲਾਈਨ ਹੈ ਜਿਹੜੀ ਉਹ ਸੇਫ ਸਾਈਡ ਤੇ ਤੁਸੀਂ ਉਸ ਹਿਸਾਬ ਨਾਲ ਚੱਲੋ ਤਾਂ ਕਿ ਤੁਹਾਡਾ ਜਿਹੜਾ ਸਾਂਭਿਆ ਜਾਵੇ। ਠੀਕ ਆ। ਉਹ ਛੱਲੀ ਤੋੜ ਕੇ ਮਿਲਕ ਲਾਈਨ ਦੇਖਣੀ ਤਾਂ ਆਉਂਦੀ ਹੈ ਤੁਹਾਨੂੰ। ਛੱਲੀ ਤੋੜ ਕੇ ਉਹਦੇ ਵਿੱਚ ਇੱਕ ਚਿੱਟੀ ਹੈ ਹੁੰਦਾ ਥੱਲੇ ਦਾਣਾ ਉੱਤੋਂ ਪੀਲਾ ਹੁੰਦਾ। ਉਹ ਜਿਉਂ-ਜਿਉਂ ਮੱਕੀ ਪੱਕਦੀ ਆ ਉੱਤੋਂ ਪੀਲਾਪਣ ਥੱਲੇ ਨੂੰ ਆਈ ਜਾਂਦਾ। ਜਦੋਂ ਬਿਲਕੁਲ ਕੱਚੀ ਹੁੰਦੀ ਉਹ ਸਾਰਾ ਚਿੱਟਾ ਹੀ ਦਿੰਦਾ ਹੁੰਦਾ। ਜਦੋਂ ਅੱਧਾ ਪੀਲਾ ਦਿੰਦਾ ਤੇ ਅੱਧਾ ਚਿੱਟਾ, ਜਾਂ ਇਹਨੂੰ ਮੋਟੇ ਜਿਹੇ ਆਪਾਂ ਸ਼ਬਦਾਂ ਚ ਵੀ ਐ ਹੱਥ ਨਾਲ ਦਾਣਾ ਢੇੜੀਏ ਤਾਂ ਆਰਾਮ ਨਾਲ ਢੇੜ ਜਵੇ, ਉਹ ਸਟੇਜ ਹੁੰਦੀ ਆ ਜਿਹੜੀ ਹਾਫ ਮਿਲਕ ਲਾਈਨ ਜਿਹਨੂੰ ਕਹਿੰਦੇ ਆ। ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਸਾਇਲੇ ਪਾਉਣ ਦਾ ਇਹਦੇ ਵਿੱਚ ਜ਼ਹਿਰੀਲੇ ਤੱਤ ਨੇ। ਉਹ ਨਾਈਟ੍ਰੇਟ ਆ ਉਹ ਤਕਰੀਬਨ 23-25% ਘਟ ਜਾਂਦਾ, ਆਕਜ਼ਾਲੇਟ 60-62% ਘਟ ਜਾਂਦਾ, ਤੇ ਜਿਹੜਾ HCN ਆ ਜੇ ਸੌਰਗਮ ਦਾ ਕੋਈ ਸਾਇਲੇ ਬਣਾਉਂਦਾ ਉਹ ਬਿਲਕੁਲ ਹੀ ਜ਼ੀਰੋ ਹੋ ਜਾਂਦਾ। ਦੇਖੋ ਮੱਕੀ ਦਾ ਸਾਇਲੇ ਸਭ ਤੋਂ ਵਧੀਆ, ਕੋਈ ਸ਼ੱਕ ਨਹੀਂ ਇਹਦੇ ਵਿੱਚ, ਲੇਕਿਨ ਮੱਕੀ ਜਿਹੜੀ ਹੁਣ ਆਪਾਂ ਬੀਜ ਰਹੇ ਆ ਆਹ ਸਪਰਿੰਗ ਮੇਜ਼, ਇਹ ਵੀ ਇੱਕ ਬਹੁਤ ਵੱਡਾ ਪੰਜਾਬ ਤੇ ਇੱਕ ਦੂਜਾ ਚੌਲੇ ਬਣਦੇ ਜਾਂਦੇ ਆ ਵੀ ਜਿੰਨਾ ਪਾਣੀ ਲੱਗ ਰਿਹਾ। ਇਸ ਕਰਕੇ ਸੌਰਗਮ ਦੀ ਜੇ ਕਿਤੇ ਖਾਸ ਕਰ ਜ਼ਮੀਨ ਹਲਕੀ ਆ ਜਾਂ ਪਾਣੀ ਦੀ ਘਾਟ ਆ ਉਹ ਵਧੀਆ ਵੈਰਾਈਟੀ ਕੋਈ ਸੌਰਗਮ ਦੀ ਮਿਲਦੀ ਆ ਤਾਂ ਉਹਦਾ ਵੀ ਸਾਈਲੇਜ ਬਣਾ ਲਓ, ਸੈਕੰਡ ਬੈਸਟ ਆ, ਨਾ ਨਾਲੋਂ ਵਧੀਆ ਵਾ, ਹੈ ਨਾ। ਇਸ ਕਰਕੇ ਇਹ ਨਹੀਂ ਹੈਗਾ ਵੀ ਆਪਾਂ 100% ਚਾਹੇ ਰੇਤਾ ਵਾ ਉੱਥੇ ਵੀ ਮੱਕੀ ਬੀਜਣੀ ਆ, ਜਾਂ ਬਹੁਤ ਹਲਕੀ ਜਾਂ ਪਾਣੀ ਨਹੀਂ ਹੈਗਾ ਉੱਥੇ ਮੱਕੀ ਬੀਜਣੀ ਆ। ਇਸ ਕਰਕੇ ਪਾਣੀ ਦੀ ਬਚਤ ਵੀ ਜ਼ਰੂਰੀ ਆ। ਸੌਰਗਮ ਬਾਰੇ ਵੀ ਸੋਚੋ। ਸੌਰਗਮ ਦਾ ਜਿਹੜਾ ਚਰੀ ਆ ਅੱਜ ਕੱਲ੍ਹ ਕਈ ਵੈਰਾਈਟੀਆਂ ਵਧੀਆ ਆ ਗਈਆਂ, ਉਹਦਾ ਸਾਈਲੇਜ ਆ ਜਿਹੜਾ ਉਹ ਵੀ ਦੁਧਾਰੂ ਪਸ਼ੂ ਨੂੰ ਚੰਗਾ ਹੁੰਦਾ। ਕਈ ਦੇਸ਼ਾਂ ਦੇ ਵਿੱਚ ਇਹਨੂੰ ਪ੍ਰਮੋਟ ਕੀਤਾ ਜਾਂਦਾ ਕਿ ਪਾਣੀ ਘੱਟ ਲੱਗੇ ਸੌਰਗਮ ਸਾਈਲੇਜ। ਈਵਨ ਜਿਹੜਾ USA ਦੇ ਗਰਮ ਏਰੀਏ ਨੇ ਉੱਥੇ ਵੀ ਚਰੀ ਆ ਜਿਹੜੀ ਉਹਨੂੰ ਪ੍ਰਮੋਟ ਕੀਤਾ ਜਾਂਦਾ ਤਾਂ ਕਿ ਸਾਡੀ ਜਿਹੜੀ ਉਹ ਪਾਣੀ ਦੀ ਲਾਗਤ ਆ ਉਹਨਾਂ ਦੀ ਉਹ ਘਟੇ, ਪ੍ਰੈਸ਼ਰ ਘਟੇ। ਦੇਖੋ ਡਰਾਈ ਮੈਟਰ ਦੇ ਹਿਸਾਬ ਨਾਲ ਊਰਜਾ ਉਹਦੇ ਵਿੱਚ NDF, ਉਹਦੀ PH, ਉਹ ਦੁੱਧ ਦੀ ਪੈਦਾਵਾਰ ਕਿਲੋ ਪ੍ਰਤੀ ਟਨ ਉਹ ਕਿਵੇਂ ਆਉ। ਦੇਖੋ ਮੈਕਸਿਮਮ ਦੁੱਧ ਆਉਣਾ 32 ਤੋਂ 39, ਉਸ ਤੋਂ ਜੇ ਵਧੂਗਾ ਤਾਂ ਵੀ ਘਟਣ ਲੱਗ ਜਾਣਾ, ਜੇ ਘਟੂਗਾ ਤਾਂ ਵੀ ਘਟਣ ਲੱਗ ਜਾਣਾ। ਜੇ ਡਰਾਈ ਮੈਟਰ ਸਾਈਲੇਜ ਦਾ 32 ਤੋਂ 39% ਆ ਫਿਰ ਦੁੱਧ ਵੱਧ ਤੋਂ ਵੱਧ ਆਉਣਾ। ਉਸ ਤੋਂ ਦੋਵੇਂ ਪਾਸੇ ਰੇਂਜ ਦੇ ਵਿੱਚ ਆ ਜਿਹੜਾ ਉਹ ਦੁੱਧ ਘਟੂਗਾ। ਇਸ ਕਰਕੇ ਆਪਾਂ 35 ਕਹਿੰਦੇ ਆ ਵੀ ਦੋਨਾਂ ਦਾ ਐਵਰੇਜ ਆ 35-36 ਇੱਥੇ ਹੋਵੇ ਤਾਂ ਬੈਸਟ ਹੈ, ਕਿਉਂਕਿ ਜੇ 39 ਤੋਂ ਵੱਧ ਆ ਫਿਰ ਉਹਦੀ ਪੈਕਿੰਗ ਘਟਣ ਲੱਗ ਜਾਂਦੀ ਆ, ਹਵਾ ਰਹਿਣ ਤੇ ਉਹ ਓਵਰਹੀਟ ਹੋਣ ਲੱਗਦਾ, ਕੁਆਲਿਟੀ ਘਟ ਜਾਂਦੀ, ਇਨਟੇਕ ਘਟ ਜਾਂਦੀ ਹੈ ਜਾਨਵਰ ਦੀ। ਇਸ ਕਰਕੇ ਸਹੀ ਡਰਾਈ ਮੈਟਰ ਤੇ ਸਾਈਲੇਜ ਪਾਉਣਾ ਉਹ ਬਹੁਤ ਜ਼ਰੂਰੀ ਆ। ਪੈਕਿੰਗ ਸਹੀ ਹੋਵੇ ਉਹ ਬਹੁਤ ਜ਼ਰੂਰੀ ਹੈ। ਦੋ ਗੱਲਾਂ ਦਾ ਧਿਆਨ ਰੱਖ ਲਓ, ਬਾਕੀ ਸਾਰਾ ਕੁਝ ਠੀਕ ਹੋ ਜਾਂਦਾ। ਡਰਾਈ ਮੈਟਰ ਸਟੇਜ ਸਹੀ ਹੋਵੇ ਤੇ ਇੱਕ ਉਹਦੀ ਪੈਕਿੰਗ ਪੂਰੀ, ਪ੍ਰੈਸਿੰਗ ਪੂਰੀ ਹੋਵੇ। ਡਰਾਈ ਮੈਟਰ ਦੇ ਹਿਸਾਬ ਨਾਲ ਕਿੰਨਾ ਉਹਦਾ ਨੁਕਸਾਨ ਹੋ ਰਿਹਾ। ਦੇਖੋ 26% ਨੁਕਸਾਨ ਹੋ ਰਿਹਾ, ਜੇ 30% ਤੋਂ ਘੱਟ ਆ। ਜੇ 30 ਤੋਂ 40 ਆ ਤਾਂ ਇਹਦੇ ਵਿੱਚ ਜਿਹੜਾ ਕੁੱਲ ਆ ਉਹ 17%। ਜੇ 40 ਤੋਂ ਜ਼ਿਆਦਾ ਫਿਰ ਬਹੁਤ ਜ਼ਿਆਦਾ ਨੁਕਸਾਨ ਹੋਣਾ, ਹਵਾ ਰਹਿ ਜਾਣੀ ਉਹਦੀ। ਇਸ ਕਰਕੇ ਬਹੁਤ ਜ਼ਿਆਦਾ ਸੁਕਾਉਣਾ ਵੀ ਕੋਈ ਬੜਾ ਫਾਇਦੇ ਦਾ ਨਹੀਂ ਹੁੰਦਾ। ਕੁਛ ਉਹਦੇ ਪੱਤੇ ਵੀ ਉੜ ਲੱਗ ਜਾਂਦੇ, ਮਸ਼ੀਨਾਂ ਵੱਢਦੇ ਉਹ ਪੱਤੇ ਵੀ ਉੜ ਲੱਗ ਜਾਂਦੇ ਆ, ਝਾੜ ਵੀ ਘਟ ਜਾਂਦਾ। ਇਸ ਤੋਂ ਬਾਅਦ ਆ ਜਾਂਦੇ ਐਡੀਟਿਵ। ਪਾਉਣਾ ਕੀ ਹੈ ਸਾਈਲੇਜ 'ਚ? ਅੱਜ ਕੱਲ੍ਹ ਬਹੁਤ ਤਰ੍ਹਾਂ ਦੇ ਐਡੀਟਿਵ ਆ ਗਏ, ਲੇਕਿਨ ਐਡੀਟਿਵ ਨੇ ਜਿਹੜੇ ਉਹ ਤੁਹਾਡੀ ਪ੍ਰੈਸਿੰਗ ਨੂੰ ਤੇ ਸਹੀ ਸਟੇਜ ਨੂੰ ਖਤਮ ਨਹੀਂ ਕਰ ਸਕਦੇ। ਜੇ ਤੁਹਾਡੀ ਸਟੇਜ ਸਹੀ ਨਹੀਂ, ਪ੍ਰੈਸਿੰਗ ਪੂਰੀ ਨਹੀਂ, ਫਿਰ ਐਡੀਟਿਵ ਨੇ ਕੁਝ ਨਹੀਂ ਕਰਨਾ। ਇਸ ਕਰਕੇ ਪਹਿਲੀਆਂ ਉਹ ਦੋ ਗੱਲਾਂ ਨੇ, ਉਸ ਤੋਂ ਬਾਅਦ ਇਹ ਐਡੀਟਿਵ ਨੇ। ਠੀਕ ਆ, ਉਹਨੂੰ ਤਾਂ ਕਿ ਜਿਹੜੀ ਤੁਹਾਡੀ ਕੋਈ ਹੋਰ ਕਮੀ ਪੇਸ਼ੀ ਉਹ ਪੂਰੀ ਹੋ ਜਾਵੇ। ਜਿਹੜਾ ਐਡੀਟਿਵ ਨੇ ਉਹ 3 ਤਰ੍ਹਾਂ ਦੇ ਹੁੰਦੇ ਆ: ਜੀਵਾਣੂ ਵਧਾਉਣ ਵਾਲੇ, ਜੀਵਾਣੂ ਰੋਕਣ ਵਾਲੇ, ਤੇ ਤੀਸਰਾ ਹੁੰਦਾ ਖੁਰਾਕੀ ਤੱਤ ਵਧਾਉਣ ਵਾਲੇ। ਜੀਵਾਣੂ ਵਧਾਉਣ ਵਾਲੇ ਜਿਵੇਂ ਲੈਕਟੋਬੈਸਿਲਸ ਬੁਕਨੇਰੀ, ਲੈਕਟੋਬੈਸਿਲਸ ਪਲੈਂਟਰਮ, ਬੈਕਟੀਰੀਆ ਕਲਚਰ ਆਉਂਦੇ ਆ ਪਾਊਡਰ, ਉਹ ਅੱਜ ਕੱਲ੍ਹ ਕਾਫੀ ਅਵੇਲੇਬਲ ਨੇ। ਉਹ ਮੱਕੀ ਦੇ ਸਾਈਲੇਜ ਦੀ ਬੈਸਟ ਆ।
ਦੂਸਰੇ ਆ ਗਏ ਜੀਵਾਣੂ ਘਟਾਉਣ ਵਾਲੇ, ਉਹ ਹੁੰਦੇ ਆ ਐਸਿਡ, ਪ੍ਰੋਪੈਨਿਕ ਐਸਿਡ ਜਾਂ ਇਹਨਾਂ ਦੇ ਸਾਲਟ, ਸੋਡੀਅਮ ਪ੍ਰੋਪੇਨੇਟ, ਬਿਊਟਰੇਟ, ਇਸ ਤਰ੍ਹਾਂ ਸਾਲਟ ਹੁੰਦੇ ਨੇ, ਐਸਿਡ ਹੁੰਦੇ ਲਿਕੁਇਡ। ਉਹ ਜਿਹੜੇ ਆ ਉਹ ਜਿਹੜੇ ਕੋਲੈਸਟ੍ਰੋਲ ਬੈਕਟੀਰੀਆ ਨੇ, ਹਾਰਮਫੁਲ ਬੈਕਟੀਰੀਆ ਨੂੰ ਘਟਾਉਂਦੇ ਆ, ਉਹਦੇ ਪੀਐਚ ਘਟਾਉਂਦੇ ਆ ਤੇ ਜਿਹੜੇ ਬਾਅਦ ਵਿੱਚ ਉਹ ਸਟੇਬਲ ਰਹਿੰਦਾ ਸਾਈਲੇਜ, ਉਹ ਐਸਿਡ ਹੁੰਦੇ ਆ। ਇਸ ਤਰ੍ਹਾਂ ਦੇ ਐਡੀਟਿਵ ਨੇ ਜਿਹੜੇ ਉਹ ਗ੍ਰਾਸ ਸਾਈਲੇਜ ਜਿਹਦੇ ਵਿੱਚ ਥੋੜੀ ਮੋਇਸਚਰ ਜ਼ਿਆਦਾ ਹੁੰਦੀ ਆ, ਉਹਦੇ ਵਿੱਚ ਜ਼ਿਆਦਾ ਵਰਤੇ ਜਾਂਦੇ ਆ। ਤੇ ਤੀਸਰੇ ਹੋ ਗਏ ਖੁਰਾਕੀ ਤੱਤ ਵਧਾਉਣ ਵਾਲੇ। ਹੁਣ ਖੁਰਾਕੀ ਤੱਤ ਵਧਾਉਣ ਦੇ ਐਡੀਟਿਵ ਉਹ ਜਿਵੇਂ ਉਦਾਹਰਨ ਦੇ ਤੌਰ ਤੇ ਜੇ ਤੁਸੀਂ ਦੇਖੋ, ਅਲਟੀਮੇਟਲੀ ਸਾਈਲੇਜ ਆਪਾਂ ਪਾਉਂਦੇ ਆ ਪੈਸੇ ਬਚਾਉਣ ਲਈ, ਦੁੱਧ ਤੇ ਲਾਗਤ ਖਰਚਾ ਘਟਾਉਣ ਲਈ, ਵੱਧ ਤੋਂ ਵੱਧ ਦੁੱਧ ਪੈਦਾ ਕਰਨ ਲਈ। ਹੁਣ ਜੇ ਕਿਤੇ ਕਿਸੇ ਨੂੰ 26 ਤੋੜੀ ਮੱਕੀ ਮਿਲਦੀ ਆ ਹਨਾ, ਫ੍ਰੀ ਮਿਲਦੀ ਆ, ਲੇਕਿਨ ਉਹਦੇ ਵਿੱਚ ਸ਼ੂਗਰ ਨਹੀਂ ਹੈਗੀ, ਉਹਦਾ ਸਾਈਲੇਜ ਵਧੀਆ ਨਹੀਂ ਬਣਨਾ। ਉਹਦਾ ਇੱਕ ਆਲਟਰਨੇਟ ਆ ਵੀ ਉਹਦੇ ਵਿੱਚ ਮੋਲੈਸਿਸ ਪਾ ਕੇ ਸਾਈਲੇਜ ਬਣਾ ਸਕਦੇ। ਉਹ ਹੋ ਗਿਆ ਖੁਰਾਕੀ ਤੱਤ ਵਧਾਉਣ ਵਾਲੇ ਐਡੀਟਿਵ, ਉਹਦਾ ਵੀ ਸਾਈਲੇਜ ਬਣ ਸਕਦਾ। ਸ਼ੂਗਰ ਕੇਨ ਦੇ ਜਿਹੜੇ ਆਗ ਹੁੰਦੇ ਆ ਟੌਪਸ, ਉਹਦਾ ਸਾਈਲੇਜ ਬਣਦਾ ਮੋਲੈਸਿਸ ਪਾ ਕੇ, ਸ਼ੀਰਾ ਪਾ ਕੇ, ਤਾਂ ਕਿ ਉਹਦੀ ਸ਼ੂਗਰ ਪੂਰੀ ਹੋ ਜਾਵੇ। ਉਹ ਕੀ ਰੇਸ਼ੋ ਪਾਉਣੀ ਉਹ ਵੀ ਇੱਕ ਹੁੰਦਾ, ਮਤਲਬ ਉਹਦੇ ਨਾਲ ਜਿਹੜੇ ਉਹਦੇ ਵਿੱਚ ਖੁਰਾਕੀ ਤੱਤ ਨੇ ਉਹ ਵੱਧ ਜਾਂਦੇ ਆ ਤੇ ਉਹਦਾ ਸਾਈਲੇਜ ਵਧੀਆ ਬਣ ਜਾਂਦਾ। ਇਹ ਤੀਸਰੀ ਤਰ੍ਹਾਂ ਦੇ ਐਡੀਟਿਵ ਹੁੰਦੇ ਆ ਵਧਾਉਣ ਵਾਲੇ। ਲੈਕਟੋਬੈਸਿਲਸ, ਐਂਟੈਰੋਕੋਕਸ, ਪੀਡੀਓਕੋਕਸ, ਬੈਕਟੀਰੀਆ ਕਲਚਰ ਹੁੰਦੇ ਆ ਡਿਫਰੈਂਟ, ਠੀਕ ਆ, ਜਿਸ ਤਰ੍ਹਾਂ ਮੈਂ ਦੱਸਿਆ। ਰੋਕਣ ਵਾਲੇ ਪ੍ਰੋਪੈਨਿਕ ਐਸਿਡ, ਫਾਰਮਿਕ ਐਸਿਡ, ਇਹ ਐਸਿਡ ਆਰਗੈਨਿਕ ਐਸਿਡ ਹੁੰਦੇ ਆ, ਉਹ ਪੀਐਚ ਥੱਲੇ ਕਰਦੇ ਆ, ਠੀਕ ਆ। ਤੇ ਦੇਖੋ ਪ੍ਰੋਪੈਨਿਕ ਐਸਿਡ ਜੇ ਆਪਾਂ ਪਾਉਂਦੇ ਆ, ਕੋਈ ਵੀ ਐਸਿਡ ਪਾਉਂਦੇ ਆ ਜਿਹਦਾ ਪੀਐਚ ਥੱਲੇ ਹੁੰਦੀ ਆ, ਜੇ ਅਸੀਂ ਬਿਲਕੁਲ ਨਹੀਂ ਪਾਇਆ ਤਾਂ ਜਿਹੜਾ ਸਾਈਲੇਜ ਅਸੀਂ ਖਿਲਾਉਣਾ ਸ਼ੁਰੂ ਕਰਾਂਗੇ ਤਾਂ ਉਹ ਤਕਰੀਬਨ 60-65 ਘੰਟੇ ਦੇ ਵਿੱਚ ਬਿਲਕੁਲ ਖਰਾਬ ਹੋ ਜਾਊਗਾ। ਜੇ ਬਾਹਰ ਪਿਆ ਖੁਰਲੀ 'ਚ ਅਸੀਂ ਬਾਹਰ ਕੱਢ ਕੇ ਰੱਖਤਾ, ਢੇਰੀ ਜਾਂਦੀ। ਜੇ ਪ੍ਰੋਪੈਨਿਕ ਐਸਿਡ ਪਾਇਆ ਹੋਇਆ ਤਾਂ ਉਹਦਾ ਜਿਹੜਾ ਖਰਾਬ ਹੋਣ ਦਾ ਦਰ ਉਹ ਕਾਫੀ ਲੰਬਾ ਮਤਲਬ ਟਾਈਮ ਚੱਲ ਜਾਂਦਾ, ਖੁਰਲੀ 'ਚ ਗਰਮ ਨਹੀਂ ਹੁੰਦਾ। ਕਹਿਣ ਦਾ ਭਾਵ ਉਹਨੂੰ ਜਦੋਂ ਅਸੀਂ ਖਿਲਾਉਂਦੇ ਆ ਖੁਰਲੀ ਦੇ ਵਿੱਚ 24 ਘੰਟੇ ਦੇ ਵਿੱਚ ਜਾਂ 12 ਘੰਟੇ, ਉੱਥੇ ਵੀ ਲਾਸ ਬਹੁਤ ਨੇ। ਜਦੋਂ ਅਸੀਂ ਪ੍ਰੋਪੈਨਿਕ ਐਸਿਡ, ਲੈਕਟੋਬੈਸਿਲਸ ਕੋਈ ਵੀ ਪਾਉਂਦੇ ਆ ਐਡੀਟਿਵ ਤਾਂ ਉਹ ਲਾਸ ਵੀ ਘਟ ਜਾਂਦੇ ਆ ਫੀਡਿੰਗ ਦੇ ਸਮੇਂ। ਉਹ ਸਾਈਲੇਜ ਗਰਮ ਨਹੀਂ ਹੁੰਦਾ ਹੈਗਾ, ਉਹਦੇ ਨਾਲ ਜਿਹੜਾ ਪਸ਼ੂ ਖਾਂਦਾ ਵੱਧਦਾ ਤੇ ਦੁੱਧ ਵੱਧ ਦਿੰਦਾ। ਸਾਈਲੇਜ ਜਿਹੜਾ ਕੱਢ ਕੇ ਖਿਲਾਉਣਾ ਉਦੋਂ ਵੀ ਬਹੁਤ ਲਾਸ ਹੁੰਦਾ। ਜਿਸ ਤਰ੍ਹਾਂ ਮੈਂ ਦੱਸਿਆ, ਜਦੋਂ ਆਪਾਂ ਕੱਢ ਕੇ ਸਵੇਰੇ ਢੇਰੀ ਲਾ ਕੇ ਸ਼ਾਮ ਤੱਕ ਖਿਲਾ ਰਹੇ ਹਾਂ ਜਾਂ ਅਗਲੇ ਦਿਨ ਤੱਕ ਖੁਰਲੀ 'ਚ ਪਿਆ, ਉਹਦੇ ਵਿੱਚ ਲਾਸ ਹੋ ਰਿਹਾ, ਉਹ ਫਰਮੈਂਟੇਸ਼ਨ ਸ਼ੁਰੂ ਹੋ ਜਾਂਦੀ ਆ। ਤੇ ਉਹਨੂੰ ਬਚਾਉਣ ਲਈ ਵੀ ਐਡੀਟਿਵ ਕੰਮ ਕਰਦੇ ਜਿਹੜੇ ਪਹਿਲਾਂ ਪਾਏ ਹੁੰਦੇ ਆ। ਇਸ ਕਰਕੇ ਐਡੀਟਿਵ ਦਾ ਫਾਇਦਾ ਸਾਈਲੇਜ ਬਣਾਉਣ ਦੇ ਸਮੇਂ, ਲੇਕਿਨ ਉਹ ਸਹੀ ਕੁਆਲਿਟੀ ਦਾ ਹੋਵੇ, ਸਹੀ ਮਾਤਰਾ 'ਚ ਪਾਇਆ ਹੋਵੇ, ਉਹਨੂੰ ਪੂਰੀ ਤਰ੍ਹਾਂ ਪ੍ਰੈਸਿੰਗ ਹੋਵੇ, ਫਿਰ ਉਹ ਐਡੀਟਿਵ ਵਧੀਆ ਕੰਮ ਕਰਨਗੇ ਤੇ ਵਧੀਆ ਉਹ ਕਰਨਗੇ। ਸਾਈਲੇਜ ਨੂੰ ਜਿਹੜਾ 5 ਇੰਚ ਤੈਅ ਰੋਜ਼ ਕੱਢੋ ਤੇ ਉਹਨੂੰ ਟੋਏ ਨੂੰ ਖੁੱਲਾ ਜਿਹੜਾ ਖਿੰਡਣ ਤੋਂ ਥੱਲੇ ਉਹ ਬਚਾਓ, ਉੱਪਰ ਤੋਂ ਥੱਲੇ ਤੱਕ ਸਿੱਧੀ ਤੈਅ ਕੱਢੋ, ਇਹਦੇ ਨਾਲ ਜਿਹੜਾ ਉਹ ਖਰਾਬ ਹੋਣ ਦੀ ਦਰ ਉਹ ਘਟੂਗੀ, ਠੀਕ ਆ। ਚਲੋ ਹੁਣ ਤਾਂ ਸਾਈਲੇਜ ਸਾਰੇ ਪਸ਼ੂ ਖਾਂਦੇ ਆ, ਪਹਿਲਾਂ ਥੋੜੀ ਆਦਤ ਜਾਂ ਨਵੇਂ ਪਸ਼ੂ ਜਿਨ੍ਹਾਂ ਨੇ ਸ਼ੁਰੂ ਕਰਨਾ ਜਾਂ ਹਰੇ ਤੋਂ ਸਾਈਲੇਜ ਸ਼ਿਫਟ ਕਰਨਾ, ਉੱਥੇ ਥੋੜੀ ਜਿਹੀ ਟਾਈਮ ਲੱਗਦਾ ਵੀ ਇੱਕੋ ਦਮ ਜੇ ਪਾਓਗੇ ਤਾਂ ਜਾਨਵਰ ਐਕਸੈਪਟ ਨਹੀਂ ਕਰਦਾ, ਉਹਨੂੰ ਹਫ਼ਤੇ 10 ਦਿਨ ਦੇ ਵਿੱਚ ਆਦਤ ਪਾਓ ਥੋੜੀ ਕਰਕੇ। ਜੇ ਲਗਾਤਾਰ ਖਾ ਰਹੇ ਆ ਫਿਰ ਉਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ। ਦੇਖੋ ਜਿਸ ਤਰ੍ਹਾਂ ਪਹਿਲਾਂ ਸ਼ੁਰੂ 'ਚ ਗੱਲ ਕੀਤੀ ਸੀ ਖਰਚੇ ਘਟਾਉਣ ਦੀ ਕਿ ਕੀ ਹੈਗਾ, ਉਹ TMR ਬੈਲੈਂਸ ਕਰਨਾ, ਫੀਡ ਬੈਲੈਂਸ ਨਹੀਂ ਕਰਨੀ ਕਦੇ। ਇਹ ਕਨਸੈਪਟ ਬਣਾ ਲਓ ਆਪਣੇ ਦਿਮਾਗ ਦੇ ਵਿੱਚ। ਫੀਡ ਦਾ ਫਾਰਮੂਲਾ ਕੁਝ ਨਹੀਂ ਹੈਗਾ, TMR ਦਾ ਫਾਰਮੂਲਾ। ਜੇ ਤੁਹਾਡੇ ਕੋਲ ਮੇਜ਼ ਸਾਈਲੇਜ ਆ ਤਾਂ ਉਹਦਾ ਆਪਾਂ ਲਗਭਗ ਇਹ ਰੇਸ਼ੋ ਰੱਖ ਦਿੰਦੇ ਆ ਵੀ 40% ਦਾਣਾ, 10% ਤੂੜੀ, 50% ਸਾਈਲੇਜ। ਆਮ ਹਾਲਤਾਂ 'ਚ ਇਹ ਰੇਸ਼ੋ ਹੁੰਦੀ ਆ। 35-40 ਕਿਲੋ ਜਾਨਵਰ ਦਾ ਜਿਹੜਾ ਦੁੱਧ ਆ ਉਹ ਇਸ ਹਾਲਤ ਦੇ ਵਿੱਚ ਆਉਂਦਾ। ਡਰਾਈ ਮੈਟਰ ਇਨਟੇਕ 25 ਕਿਲੋ ਆ, ਉਹਨੂੰ 35 ਕਿਲੋ ਜੇ ਫਰੈਸ਼ ਸਾਈਲੇਜ ਪਾਇਆ, 12.5 ਕਿਲੋ ਡਰਾਈ ਮੈਟਰ ਆ ਗਿਆ, 2.5 ਕਿਲੋ ਤੂੜੀ ਪਾਈ, 10% ਹੋ ਗਈ, ਇਹਦਾ 40% 10 ਕਿਲੋ ਦਾਣਾ ਹੋ ਗਿਆ। ਇਹ 35 ਕਿਲੋ ਦੁੱਧ ਲਈ ਸਫੀਸ਼ੀਐਂਟ ਆ, ਹਨਾ। ਤੇ ਹੁਣ ਲਗਭਗ ਜੇ ਅਸੀਂ 35-37 ਕਿਲੋ ਦੁੱਧ ਲਈ ਰਿਕੁਆਇਰਮੈਂਟ ਪ੍ਰੋਟੀਨ ਦੀ ਆ 4 ਕਿਲੋ ਆ ਤਕਰੀਬਨ, ਲਗਭਗ 4 ਕਿਲੋ ਨੂੰ ਪ੍ਰੋਟੀਨ ਚਾਹੀਦੀ ਆ, ਠੀਕ ਆ। ਹੁਣ ਜੇ ਆਪਾਂ ਕਹਾਂਗੇ ਅਸੀਂ ਇਹਨੂੰ ਬੈਲੈਂਸ ਕਰਨਾ TMR ਨੂੰ ਆਹ ਸਾਈਲੇਜ ਦੇ ਨਾਲ, ਮੱਕੀ ਦੇ ਨਾਲ, ਤਾਂ ਇੱਕ ਰਫ ਜੀ ਕੈਲਕੂਲੇਸ਼ਨ ਆ ਵੀ ਸਾਨੂੰ ਦਾਣੇ 10 ਕਿਲੋ 'ਚ 30% ਪ੍ਰੋਟੀਨ ਚਾਹੀਦੀ ਆ। 30% ਵਾਲਾ ਕੋਈ ਦਾਣਾ ਨਹੀਂ ਹੁੰਦਾ ਹੈਗਾ, ਕੋਈ ਫੀਡ ਨਹੀਂ ਆਉਂਦੀ 30% ਪ੍ਰੋਟੀਨ ਵਾਲੀ। ਉੱਥੇ ਜ਼ਿਆਦਾ ਤੁਸੀਂ ਫੀਡ 10 ਕਿਲੋ ਦੀ ਜਾਂ 14 ਕਿਲੋ ਕਰੋਗੇ
ਤਾਂ ਦੁੱਧ ਪੂਰਾ ਹੋਊਗਾ ਹੈ ਨਾ। ਉਹਦੇ ਵਿੱਚ ਖਰਚਾ ਵੀ ਵਧੂਗਾ, ਥੋੜੀ ਵੇਸਟੇਜ ਵੀ ਵਧੂਗੀ। ਵੇਸਟੇਜ ਦਾ ਭਾਵ ਆ ਵੀ ਜਿੰਨੀ ਜਿਹੜੀ ਚੀਜ਼ ਦੀ ਲੋੜ ਨਹੀਂ ਸੀ ਅਸੀਂ ਖਿਲਾ